ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਸਰੂਪ ਸਾਧ ਸੰਗਤ ਜੀ, ਆਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 24ਵੇਂ ਦਿਨ ਆਪਾਂ ਨੂੰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਉਪਦੇਸ਼ ਦੀ ਸਾਂਝ ਪਾਉਣ ਦਾ ਸਮਾਂ ਪ੍ਰਾਪਤ ਹੋਇਆ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜੀ ਹਰ ਹਰ ਜਨ ਦੁਇ ਏਕ ਹੈ। ਪਰਮਾਤਮਾ ਤੇ ਪਰਮਾਤਮਾ ਜੀ ਦੇ ਪਿਆਰੇ ਏਕ ਹੈ, ਇੱਕੋ ਹੀ ਨੇ, ਫਰਕ ਨਹੀਂ ਉਹਨਾਂ 'ਚ ਹੁੰਦਾ ਕੋਈ ਵੀ। ਬਿਬ ਵਿਚਾਰ ਕਛੁ ਨਾਹਿ ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਤੋਂ ਪਾਣੀ ਦੀਆਂ ਲਹਿਰਾਂ ਵੱਖਰੀਆਂ ਪ੍ਰਤੀਤ ਹੁੰਦੀਆਂ ਨੇ ਪਰ ਵੱਖਰੀਆਂ ਹੁੰਦੀਆਂ ਨਹੀਂ, ਇਸੇ ਤਰ੍ਹਾਂ ਜਿਹੜੇ ਸੰਤ ਜਨ ਹੁੰਦੇ ਆ ਉਹ ਪਰਮਾਤਮਾ ਤੋਂ ਵੱਖਰੇ ਨਹੀਂ ਹੁੰਦੇ, ਪਰਮਾਤਮਾ ਦਾ ਹੀ ਰੂਪ ਹੁੰਦਾ। ਸਾਧ ਰੂਪ ਆਪਣਾ ਤਨ ਧਾਰਿਆ, ਸੰਤਾਂ ਦੇ ਰੂਪ ਦੇ ਵਿੱਚ ਪਰਮਾਤਮਾ ਆਪਣਾ ਆਪ ਪ੍ਰਗਟ ਕਰਦਾ। ਸੋ ਐਸੇ ਮਹਾਨ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦਾ ਪਵਿੱਤਰ ਜੀਵਨ ਆਪ ਜੀ ਸਰਵਣ ਕਰ ਰਹੇ ਹੋ। ਸੰਤ ਜੀ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ ਤੇ ਗਏ ਹੋਏ ਸੀ। ਕੁਦਰਤੀ ਉਸ ਸਮੇਂ ਸੰਤ ਬਾਬਾ ਨਿਧਾਨ ਸਿੰਘ ਜੀ, ਜੋ ਕਿ ਬਹੁਤ ਮਹਾਨ ਮਹਾਂਪੁਰਖ, ਬੰਦਗੀ ਦੇ ਵਿੱਚ ਪੂਰੇ ਸੂਰੇ ਸਾਧੂ, ਔਰ ਜਿਨ੍ਹਾਂ ਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਪ੍ਰਤੱਖ ਪ੍ਰਗਟ ਹੋ ਕੇ ਵਚਨ ਦਿੱਤਾ, ਖੀਸਾ ਮੇਰਾ ਹੱਥ ਤੇਰਾ। ਬਾਬਾ ਨਿਧਾਨ ਸਿੰਘ ਜੀ ਆਪ ਸਰੀਰ ਕਰਕੇ ਉਦੋਂ ਹਾਜ਼ਰ ਸੀਗੇ ਤੇ ਬਾਬਾ ਨਿਧਾਨ ਸਿੰਘ ਜੀ ਦੇ ਸਰੀਰ ਨੂੰ ਕੋਈ ਐਸੀ ਵਿਆਧੀ ਆ ਗਈ, ਕੋਈ ਐਸਾ ਰੋਗ ਆ ਗਿਆ। ਹੁਣ ਇੱਥੇ ਇਹ ਵੀ ਵਿਚਾਰ ਕਰਨ ਯੋਗ ਹੈ ਵੀ
ਕਈ ਸ਼ੰਕਾਵਾਦੀ ਸ਼ੰਕਾ ਕਰਦੇ ਨੇ, ਕਹਿੰਦੇ ਵੀ ਤੁਸੀਂ ਕਹੋ, ਕਹਿੰਦੇ ਵੀ ਨਾਮ ਜਪੋ, ਸਿਮਰਨ ਕਰੋ। ਵੀ ਸਿਮਰਨ ਕਰਨ ਵਾਲੇ ਸਾਧੂਆਂ ਨੂੰ ਦੁੱਖ ਕਿਉਂ ਆਉਂਦੇ ਆ? ਉਹਦੇ ਪਿੱਛੇ ਇੱਕ ਕਾਰਨ ਹੁੰਦਾ ਹੈ। ਇੱਕ ਤਾਂ ਦੁੱਖ ਹੁੰਦੇ ਆ ਸਾਧ ਸੰਗਤ ਜੀ ਆਪ ਦੇ ਕੀਤੇ ਹੋਏ ਕਰਮਾਂ ਦਾ ਫਲ। ਇੱਕ ਮਹਾਂਪੁਰਖਾਂ ਦੇ ਸਰੀਰਾਂ ਨੂੰ ਜਦ ਰੋਗ ਆਉਂਦੇ ਆ, ਉਹਦੇ ਪਿੱਛੇ ਕਾਰਨ ਇਹ ਹੁੰਦਾ ਹੈ ਵੀ ਮਹਾਂਪੁਰਖਾਂ ਕੋਲੇ ਕਿੰਨੀਆਂ ਦੁਖੀ ਸੰਗਤਾਂ ਆਉਂਦੀਆਂ ਨੇ, ਆ ਕੇ ਬੇਨਤੀਆਂ ਕਰਦੀਆਂ ਨੇ। ਮਹਾਂਪੁਰਖ ਹੁੰਦੇ ਨੇ ਦਿਆਲੂ, ਮਹਾਂਪੁਰਖ ਤਰਸ ਕਰ ਲੈਂਦੇ ਐ ਤੇ ਪਰਮਾਤਮਾ ਦੇ ਅੱਗੇ, ਵਾਹਿਗੁਰੂ ਦੇ ਅੱਗੇ ਉਹਨਾਂ ਦੀ ਤੰਦਰੁਸਤੀ, ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ। ਤੇ ਉਹਨਾਂ ਦਾ ਜਿਹੜਾ ਕਰਮਾਂ ਦਾ ਭਾਰ ਹੁੰਦਾ ਹੈ ਉਹ ਮਹਾਂਪੁਰਖ ਆਪ ਚੱਕ ਲੈਂਦੇ ਆ। ਇਸ ਕਰਕੇ ਉਹਨਾਂ ਦੇ ਸਰੀਰ ਨੂੰ ਰੋਗ ਹੁੰਦੇ, ਉਹਨਾਂ ਦੇ ਸਰੀਰ ਨੂੰ ਤਕਲੀਫ ਹੋ ਜਾਂਦੀ ਹੈ। ਔਰ ਮਹਾਂਪੁਰਖਾਂ ਦਾ ਕੋਈ ਆਪ ਦਾ ਕਰਮ ਨਹੀਂ ਹੁੰਦਾ। ਮਹਾਰਾਜ ਤਾਂ ਬਾਣੀ 'ਚ ਕਹਿੰਦੇ ਨੇ, ਜਿਹੜੇ ਸਿਮਰਨ ਕਰਨ ਵਾਲੇ ਹੁੰਦੇ ਨੇ, ਸਿਮਰਨ ਦੇ ਨਾਲ ਭਾਵੇਂ ਪਾਪਾਂ ਦਾ, ਕਰਮਾਂ ਦਾ ਕਿੱਡਾ ਵੱਡਾ ਢੇਰ ਲੱਗਿਆ ਹੋਇਆ ਹੋਵੇ, ਉਹ ਵੀ ਸੜ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਕੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰਿ ਨਾਮ। ਨਾਨਕ ਜੈਸੇ ਪਾਵ ਕਾਸ਼ਟ ਭਸਮ ਕ੍ਰੋਧ। ਲੱਕੜੀਆਂ ਦੇ ਵੱਡੇ ਸਾਰੇ ਢੇਰ ਨੂੰ ਜੇਕਰ ਸਾੜ ਕੇ ਸੁਆਹ ਕਰਨਾ ਹੋਵੇ ਤਾਂ ਜਿੰਨੇ ਮਣ ਲੱਕੜੀ ਪਈ ਹੋਵੇ ਉਨੇ ਮਣ ਅੱਗ ਨਹੀਂ ਚਾਹੀਦੀ ਹੁੰਦੀ। ਅੱਗ ਦੀ ਤਾਂ ਇੱਕ ਚੰਗਿਆੜੀ ਹੋਈ ਬਹੁਤ ਹੁੰਦੀ ਹੈ। ਦੁੱਖਾਂ ਦਾ, ਪਾਪਾਂ ਦਾ, ਕਰਮਾਂ ਦਾ ਅੰਬਾਰ ਲੱਗਿਆ ਹੋਇਆ ਹੋਵੇ, ਉਹਨੂੰ ਖਤਮ ਕਰਨ ਵਾਸਤੇ ਪਰਮੇਸ਼ਰ ਦਾ ਇੱਕ ਨਾਮ ਹੀ ਕਾਫੀ ਹੈ। ਤੋ ਸੰਤ ਜਨ ਮਹਾਂਪੁਰਖ ਤਾਂ ਸਵਾਸ ਸਵਾਸ ਨਾਮ ਜਪਦੇ ਐ, ਫਿਰ ਵੀ ਉਹਨਾਂ ਦੇ ਸਰੀਰਾਂ ਨੂੰ ਦੁੱਖ ਤਕਲੀਫ ਜੇ ਆਉਂਦਾ ਹੈ ਤਾਂ ਉਹਦਾ ਭਾਵ ਇਹ ਹੈ ਵੀ ਉਹਨਾਂ ਨੇ ਸੰਸਾਰ ਦੇ ਕਿਸੇ ਨਾ ਕਿਸੇ ਜੀਵ ਦਾ, ਜਗਿਆਸੂ ਦਾ ਕਰਮ ਵਿਭਾਗ ਆਪਣੇ ਸਿਰ ਲਿਆ ਹੋਇਆ ਹੈ। ਤੋ ਸੰਤ ਬਾਬਾ ਨਿਧਾਨ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਸਰੀਰ ਨੂੰ ਕੋਈ ਐਸੀ ਵਿਆਧੀ ਹੋ ਗਈ, ਬਹੁਤ ਸਰੀਰ ਢਿੱਲਾ ਸੀ ਉਹਨਾਂ ਦਾ, ਬੜੀਆਂ ਦਵਾਈਆਂ ਵੈਦਿਕ, ਯੂਨਾਨੀ ਤਰੀਕੇ ਦੇ ਨਾਲ, ਹੋਮਿਓਪੈਥਿਕ ਤਰੀਕੇ ਦੇ ਨਾਲ, ਸਾਰੇ ਤਰ੍ਹਾਂ ਨਾਲ ਬੜੀਆਂ ਦਵਾਈਆਂ ਕੀਤੀਆਂ, ਪਰ ਦੁੱਖ ਦੀ ਨਿਵਰਤੀ ਨਾ ਹੋਈ। ਸਰੀਰ ਜ਼ਿਆਦਾ ਤੋਂ ਜ਼ਿਆਦਾ ਕਿਰਸ ਹੁੰਦਾ ਚੱਲੇ, ਸੰਤਾਂ ਦੀ ਖੁਰਾਕ ਵੀ ਬਹੁਤ ਘਟ ਗਈ, ਦਰਦ ਬਹੁਤ ਹੋਇਆ ਕਰੇ ਸਰੀਰ ਵਿੱਚ, ਨੀਂਦ ਵੀ ਨਾ ਆਇਆ ਕਰੇ। ਸੇਵਾਦਾਰ ਮਹਾਂਪੁਰਖਾਂ ਦੀ ਇਹ ਹਾਲਤ ਦੇਖ ਕੇ ਬਹੁਤ ਦੁਖੀ ਹੋਇਆ ਕਰ। ਸੰਤਾਂ ਦੇ ਉੱਤਰਾਧਿਕਾਰੀ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਤੋਂ ਦੇਖਿਆ ਨਾ ਜਾਇਆ ਕਰੇ, ਬੜੀਆਂ ਬੇਨਤੀਆਂ ਕਰਨ, ਪਰ ਸੰਤ ਬਾਬਾ ਨਿਧਾਨ ਸਿੰਘ ਜੀ ਪਰਮੇਸ਼ਰ ਦੇ ਭਾਣੇ ਔਰ ਹੁਕਮ ਦੇ ਵਿੱਚ ਆਪਣੀ ਆਨੰਦਮਈ ਅਵਸਥਾ ਵਿੱਚ ਬੈਠੇ ਸੀ। ਹੁਣ ਸੇਵਾਦਾਰਾਂ ਨੂੰ ਤਾਂ ਹੁੰਦਾ ਹੀ ਹੈ ਵੀ ਸਾਡੇ ਮਹਾਂਪੁਰਖਾਂ ਦਾ ਸਰੀਰ ਢਿੱਲਾ ਹੈ, ਤੇ ਉਹਨਾਂ ਨੂੰ ਤਾਂ ਕੋਈ ਨਾ ਕੋਈ ਯਤਨ ਕਰਦੇ ਹੀ ਰਹਿਣਾ ਹੁੰਦਾ ਹੈ। ਕਿ ਪ੍ਰੇਮ ਜੋ ਹੋਇਆ ਸੰਤਾਂ ਦੇ ਨਾਲ, ਸਾਧੂਆਂ ਦੇ ਨਾਲ, ਵੱਡਿਆਂ ਮਹਾਂਪੁਰਸ਼ਾਂ ਦੇ ਨਾਲ, ਤੋ ਹੁਣ ਕੁਦਰਤੀ ਉਹਨਾਂ ਦਿਨਾਂ ਦੇ ਵਿੱਚ ਸੰਤ ਜੀ ਮਹਾਰਾਜ ਹਰਖਵਾਲ ਵਾਲੇ ਉੱਥੇ ਗਏ ਹੋਏ ਸੀ ਤੇ ਬਾਬਾ ਹਰਨਾਮ ਸਿੰਘ ਜੀ ਨੇ ਜਾ ਕੇ ਪ੍ਰੇਮ ਨਾਲ, ਸ਼ਰਧਾ ਨਾਲ ਬਾਬਾ ਜਵਾਲਾ ਸਿੰਘ ਜੀਆਂ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਵੀ ਤੁਸੀਂ ਬਾਬਾ ਜੀ ਦੇ ਕੋਲ ਆਓ ਚੱਲ ਕੇ, ਬਾਬਾ ਨਿਧਾਨ ਸਿੰਘ ਜੀ ਦੇ ਕੋਲ। ਸੰਤ ਬਾਬਾ ਜਵਾਲਾ ਸਿੰਘ ਜੀ ਬੜੇ ਪ੍ਰੇਮ ਦੇ ਨਾਲ ਬਾਬਾ ਨਿਧਾਨ ਸਿੰਘ ਜੀ ਦੇ ਪਾਸ ਚੱਲ ਕੇ ਆਏ, ਔਰ ਜੋ ਬਾਬਾ ਜਵਾਲਾ ਸਿੰਘ ਜੀ ਦਾ ਸੁਭਾਅ ਸੀ, ਪ੍ਰੇਮਮਈ ਸੁਭਾਅ, ਨਿਮਰਤਾ ਵਾਲਾ ਸੁਭਾਅ, ਉਹ ਹਰੇਕ ਸਾਧੂ ਸੰਤ ਮਹਾਤਮਾ ਨੂੰ ਨਮਸਕਾਰ ਕਰਿਆ ਕਰਦੇ ਸੀ, ਮੱਥਾ ਟੇਕਿਆ ਕਰਦੇ ਸੀ। ਤੇ ਬਾਬਾ ਜਵਾਲਾ ਸਿੰਘ ਜੀ ਨੇ ਤੇ ਬਾਬਾ ਜੀ ਦੇ ਨਾਲ ਜਿੰਨੇ ਸੇਵਾਦਾਰ ਸੀਗੇ, ਸਾਰਿਆਂ ਨੇ ਜਾ ਕੇ ਪਹਿਲਾਂ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਬਾਬਾ ਜੀ ਦੇ ਕੋਲ ਹੀ ਚਰਨਾਂ ਦੇ ਵਿੱਚ ਬੈਠ ਗਏ। ਬਾਬਾ ਨਿਧਾਨ ਸਿੰਘ ਜੀ ਪਲੰਘੇ ਤੇ ਬਿਰਾਜਮਾਨ ਸੀਗੇ, ਉੱਠਿਆ ਨਹੀਂ ਸੀ ਜਾਂਦਾ। ਬਾਬਾ ਜਵਾਲਾ ਸਿੰਘ ਜੀ ਭੁੰਜੇ ਬੈਠ ਗਏ, ਪਰ ਬਾਬਾ ਹਰਨਾਮ ਸਿੰਘ ਜੀ ਨੇ ਬਾਬਾ ਜੀ ਨੂੰ
ਪੁੰਜੇ ਨਾ ਬੈਠਣ ਦਿੱਤਾ। ਬਾਬਾ ਜੀ ਦੇ ਕੋਲ ਬਾਬਾ ਜੀ ਲਈ ਪਲੰਘ ਲਾਇਆ। ਹੁਣ ਬਾਬਾ ਜੀ ਦੇ ਦੁੱਖ ਦੇ ਪ੍ਰਤੀ ਵਿਚਾਰ ਚੱਲ ਰਹੀ ਹੈ। ਤੇ ਸੰਤਾਂ ਨੂੰ ਬਾਬਾ ਹਰਨਾਮ ਸਿੰਘ ਜੀ ਕਹਿੰਦੇ, ਜੀ ਮਹਾਰਾਜ ਬਾਬਾ ਜੀ ਨੂੰ ਤਕਲੀਫ ਬਹੁਤ ਹੈ, ਪਰ ਉਹ ਸਾਨੂੰ ਕਹਿੰਦੇ ਨਹੀਂ ਕੁਛ ਵੀ, ਦੱਸਦੇ ਨਹੀਂ ਕਦੇ। ਸਾਨੂੰ ਪਤਾ ਹੈ ਜੀ ਇਹਨਾਂ ਨੂੰ ਤਕਲੀਫ ਬੜੀ ਹੈ। ਬਾਬਾ ਜੀ ਇਲਾਜ ਬੜੇ ਕਰਾਏ ਨੇ, ਕੋਈ ਡਾਕਟਰੀ ਇਲਾਜ ਨਹੀਂ ਛੱਡਿਆ, ਵੈਦਿਕ ਇਲਾਜ ਨਹੀਂ ਛੱਡਿਆ, ਹੋਮਿਓਪੈਥਿਕ ਤਰੀਕਿਆਂ ਦੇ ਨਾਲ ਵੀ ਯਤਨ ਕਰਕੇ ਦੇਖ ਲਿਆ, ਪਰ ਬਾਬਾ ਜੀ ਦੀ ਸਿਹਤ ਠੀਕ ਨਹੀਂ ਹੋ ਰਹੀ। ਤੇ ਡਾਕਟਰ ਲੋਕ ਕਹਿੰਦੇ ਨੇ ਇਹ ਅਸਾਧ ਰੋਗ ਹੈ, ਇਹ ਸਾਡੇ ਸਾਧਨ ਵਾਲਾ ਨਹੀਂ ਹੈ, ਅਸੀਂ ਨਹੀਂ ਸਾਧ ਸਕਦੇ, ਇਸ ਰੋਗ ਨੂੰ ਠੀਕ ਨਹੀਂ ਕਰ ਸਕਦੇ। ਤੇ ਜਿਸ ਵੇਲੇ ਇਹ ਵਿਚਾਰ ਚੱਲ ਰਹੀ ਸੀ ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕਹਿੰਦੇ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਕਹਿੰਦੇ ਮਹਾਂਪੁਰਸ਼ੋ, ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਵੀ ਨਾਮ ਦੀ ਦਵਾਈ ਦੇ ਨਾਲ ਇਹ ਰੋਗ ਹਟ ਸਕਦਾ ਹੈ। ਤੇ ਉਸ ਵੇਲੇ ਬਾਬਾ ਹਰਨਾਮ ਸਿੰਘ ਜੀ ਸੰਤਾਂ ਦੇ ਉੱਤਰਾਧਿਕਾਰੀ ਕਹਿਣ ਲੱਗੇ, ਮਹਾਂਪੁਰਸ਼ੋ ਹੁਕਮ ਕਰੋ, ਸਾਨੂੰ ਕੀ ਕਰਨਾ ਚਾਹੀਦਾ, ਤੁਸੀਂ ਸਾਡਾ ਮਾਰਗਦਰਸ਼ਨ ਕਰੋ। ਤੇ ਸੰਤ ਮਹਾਰਾਜ ਕਹਿੰਦੇ ਵੀ ਆਪਾਂ ਅਖੰਡ ਪਾਠ ਸਾਹਿਬ ਕਰੀਏ ਬਾਬਾ ਜੀ ਦੀ ਤੰਦਰੁਸਤੀ ਲਈ। ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ, ਮਹਾਂਪੁਰਸ਼ੋ ਤੁਹਾਡਾ ਬਚਨ ਸੱਤ ਹੈ, ਅਸੀਂ ਮੁੱਕਰ ਨਹੀਂ ਸਕਦੇ, ਅਸੀਂ ਮੋੜ ਨਹੀਂ ਸਕਦੇ, ਪਰ ਬਾਬਾ ਜੀ ਅਖੰਡ ਪਾਠ ਸਾਹਿਬ ਤਾਂ ਬਹੁਤ ਹੋ ਗਏ। ਅਖੰਡ ਪਾਠ ਸਾਹਿਬ ਤਾਂ ਕਈ ਕਰ ਹਟੇ, ਪਰ ਬਾਬਾ ਜੀ ਨੂੰ ਆਰਾਮ ਨਹੀਂ ਆਇਆ, ਤੰਦਰੁਸਤੀ ਨਹੀਂ ਮਿਲੀ। ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕਹਿੰਦੇ, ਤੁਸੀਂ ਫਿਕਰ ਨਾ ਕਰੋ, ਜਿਸ ਤਰੀਕੇ ਤੁਹਾਨੂੰ ਅਸੀਂ ਕਹਾਂਗੇ ਉਸ ਵਿਧੀ ਦੇ ਨਾਲ ਅਖੰਡ ਪਾਠ ਸਾਹਿਬ ਕੀਤਾ ਜਾਵੇ। ਜੋ ਪ੍ਰਾਤਨ ਮਰਜ਼ਾਦਾ ਚੱਲੀ ਆਉਂਦੀ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਜ਼ਾਦਾ ਮਹਾਰਾਜ ਨੇ ਬਣਾਈ ਸੀ। ਵੀ ਜਿੰਨੇ ਪਾਠੀ ਸਿੰਘ ਸ੍ਰੀ ਅਖੰਡ ਪਾਠ ਸਾਹਿਬ ਤੇ ਸ੍ਰੀ ਜਪਜੀ ਸਾਹਿਬ ਦੇ ਅਖੰਡ ਜਾਪ ਤੇ ਬੈਠਣਾ, ਜਿਨ੍ਹਾਂ ਨੇ ਮੂਲ ਮੰਤਰ ਤੇ ਜਿਨ੍ਹਾਂ ਨੇ ਪਹਿਰਾ ਦੇਣਾ ਹੈ, ਧੂਫ ਦੀ ਡਿਊਟੀ ਲਾਉਣੀ ਹੈ, ਪਹਿਰੇਦਾਰੀ ਕਰਨੀ ਹੈ, 25 ਸਿੰਘ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਹੁੰਦੇ। ਤੇ ਜਿਹੜੇ ਸਿੰਘਾਂ ਨੇ ਡਿਊਟੀ ਜਾਣਾ ਹੈ, ਉਹਨਾਂ ਨੇ ਸਕੇਸੀ ਇਸ਼ਨਾਨ ਕਰਕੇ ਨਵੇਂ ਧੋਤੇ ਹੋਏ ਵਸਤਰ ਪਾ ਕੇ ਜਾਣਾ ਹੈ, ਸੁੱਚੇ ਵਸਤਰ ਪਾ ਕੇ ਜਾਣਾ ਹੈ। ਕੇਸੀ ਇਸ਼ਨਾਨ ਕੀਤੇ ਤੋਂ ਬਿਨਾਂ ਕੋਈ ਸਿੰਘ ਡਿਊਟੀ ਨਾ ਲਾਵੇ। ਪਾਠ ਬੋਲ ਕੇ ਕਰਨਾ ਹੈ, ਸੁਚਮਤਾ ਦਾ ਖਾਸ ਖਿਆਲ ਰੱਖਿਆ ਜਾਵੇ। ਬਾਬਾ ਜੀ ਨੇ ਹੋਰ ਵੀ ਕਾਫੀ ਵਿਧੀ ਸਮਝਾਈ। ਇਸ ਤਰੀਕੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਹੋਣਾ ਚਾਹੀਦਾ, ਬਾਬਾ ਜੀ ਠੀਕ ਹੋ ਜਾਣਗੇ। ਤੇ ਹੁਣ ਮਹਾਂਪੁਰਖਾਂ ਦੇ ਕਹੇ ਅਨੁਸਾਰ ਤਿਆਰੀ ਹੋ ਗਈ ਜੀ ਅਖੰਡ ਪਾਠ ਸਾਹਿਬ ਦੀ। ਜਿਸ ਕਮਰੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਹੋਣਾ ਸੀ, ਨਾਲ ਦੇ ਕਮਰੇ ਦੇ ਵਿੱਚ ਬਾਬਾ ਨਿਧਾਨ ਸਿੰਘ ਜੀ ਵਾਸਤੇ ਆਸਣ ਲਾ ਦਿੱਤਾ ਗਿਆ। ਬਹੁਤਾ ਸਮਾਂ ਬੈਠਿਆ ਨਹੀਂ ਸੀ ਜਾਂਦਾ, ਲੰਮੇ ਪਏ ਰਹਿੰਦੇ ਸੀ। ਪਰ ਸੰਤ ਮਹਾਰਾਜ ਨੇ ਬਚਨ ਕੀਤਾ। ਬਾਬਾ ਜਵਾਲਾ ਸਿੰਘ ਜੀ ਕਹਿੰਦੇ, ਚਾਹੇ ਤੁਸੀਂ ਲੰਮੇ ਪਏ ਰਹੋ, ਚਾਹੇ ਬੈਠੋ, ਤੁਹਾਡੀ ਖੁਸ਼ੀ ਹੈ, ਪਰ 48 ਘੰਟੇ ਜਿੰਨਾ ਪਾਠ ਚੱਲਣਾ ਹੈ ਉਹ ਤੁਹਾਡੇ ਕੰਨੀ ਆਵਾਜ਼ ਪੈਣੀ ਚਾਹੀਦੀ ਹੈ, ਬੋਲ ਤੁਹਾਡੇ ਕੰਨੀ ਪੈਣੇ ਚਾਹੀਦੇ। ਦੇਖੋ ਕੈਸੀ ਭਾਵਨਾ। ਮਹਾਂਪੁਰਸ਼ ਇਹ ਖੇਡਾਂ ਵਰਤਾ ਕੇ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਨੇ ਵੀ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ। ਇਹ ਠੀਕ ਹੈ, ਅੱਜ ਅਸੀਂ ਸ਼ੰਕਾਵਾਦੀ ਲੋਕ, ਸਾਡਾ ਵਿਸ਼ਵਾਸ ਪਤਲਾ ਪੈ ਗਿਆ, ਸਾਨੂੰ ਸ਼ੰਕਾਵਾਂ ਨੇ ਘੇਰ ਲਿਆ। ਅੱਜ ਦੇ ਪੜ੍ਹੇ ਲਿਖੇ ਵਰਗ ਦੇ ਲੋਕ ਹਰ ਗੱਲ ਦਾ ਸਬੂਤ ਮੰਗਦੇ ਹੈ, ਕਹਿੰਦੇ ਇੱਦਾਂ ਕਿੱਦਾਂ ਹੋ ਸਕਦਾ ਹੈ, ਕਿਵੇਂ ਹੋ ਜਾਊਗਾ। ਪਿਛਲੇ ਨੇੜਲੇ ਸਮੇਂ ਦੀ ਘਟਨਾ, ਚਲੋ ਤੁਸੀਂ ਇੰਟਰਨੈਟ ਸਾਰੇ ਵਰਤਣ ਵਾਲੇ ਹੋ, ਤੁਸੀਂ YouTube ਦੇ ਉੱਤੇ ਸਰਚ ਕਰਕੇ ਦੇਖ ਲੈਣਾ। ਇੱਕ ਡਾਕਟਰ ਹੋਇਆ ਜੀ ਜਿਹਦਾ ਕੈਂਸਰ ਦਾ ਰੋਗ ਸ੍ਰੀ ਹਰਿਮੰਦਰ ਸਾਹਿਬ ਠੀਕ ਹੋਇਆ ਸੀ। ਉਹਦਾ ਨਾਮ ਸੀ ਡਾਕਟਰ ਵਾਸੂ ਭਾਰਦਵਾਜ। ਡਾਕਟਰ ਵਾਸੂ ਭਾਰਦਵਾਜ YouTube ਦੇ ਉੱਤੇ ਲਿਖ ਕੇ ਸਰਚ ਕਰ ਲੈਣਾ। ਹਰਿਮੰਦਰ ਸਾਹਿਬ ਦੇ ਵਿੱਚ ਉਹਦੇ ਨਾਲ ਕੀ ਕੌਤਕ ਵਰਤਿਆ ਸੀ, ਕੀ ਖੇਡ ਵਰਤੀ ਸੀ, ਅੱਜ ਵੀ ਪ੍ਰਤੱਖ ਸਬੂਤ ਹੈ ਇਸ ਗੱਲ ਦਾ।
ਉਹ ਆਪਣੀ ਜ਼ੁਬਾਨ ਦੇ ਨਾਲ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਉਹਨੇ ਸੰਗਤ ਵਿੱਚ ਸੁਣਾਇਆ ਸੀ। ਰੱਬ ਦੀ ਹੋਂਦ ਤੋਂ ਇਨਕਾਰੀ ਬੰਦਾ ਸੀ ਉਹ। ਅਮਰੀਕਾ ਦੇ ਵਿੱਚ ਡਾਕਟਰ ਸੀ, ਹੱਡੀਆਂ ਦੇ ਵਿਭਾਗ ਦੇ ਵਿੱਚ ਡਾਕਟਰ ਸੀ ਉਹ, ਤੇ ਰੱਬ ਨੂੰ ਨਹੀਂ ਸੀ ਮੰਨਦਾ। ਤੇ ਕੁਦਰਤ ਐਸੀ ਵਰਤੀ ਸੀ ਵੀ ਉਹਨੂੰ ਹੱਡੀਆਂ ਦਾ ਕੈਂਸਰ ਹੋ ਗਿਆ ਸੀ। ਸੂਰਤ ਦਾ ਰਹਿਣ ਵਾਲਾ ਸੀ, ਵਾਪਸ ਆਪਣੇ ਦੇਸ਼ ਇੰਡੀਆ ਆ ਗਿਆ, ਸੂਰਤ ਰਹਿਣ ਲੱਗ ਪਿਆ। ਕੰਡੀਸ਼ਨ ਉਹਦੀ ਇੰਨੀ ਖਰਾਬ ਹੋ ਚੁੱਕੀ ਸੀ ਵੀ ਉਹ ਉੱਠ ਕੇ ਬੈਠ ਵੀ ਨਹੀਂ ਸੀ ਸਕਦਾ। ਰੀੜ੍ਹ ਦੀ ਹੱਡੀ ਟੁੱਟ ਜਾਣ ਦਾ ਖਤਰਾ ਸੀ, ਇੰਨੀ ਹਾਲਤ ਉਹਦੀ ਖਰਾਬ ਸੀ। ਪ੍ਰੇਰਨਾ ਦੇਣ ਵਾਲਿਆਂ ਨੇ ਪ੍ਰੇਰਨਾ ਦਿੱਤੀ ਬਈ ਤੂੰ ਹਰਿਮੰਦਰ ਸਾਹਿਬ ਚੱਲ। ਉਹ ਕਹਿੰਦਾ ਵੀ ਮੈਂ ਤਾਂ ਰੱਬ ਨੂੰ ਮੰਨਦਾ ਹੀ ਨਹੀਂ ਸੀ। ਕਹਿੰਦਾ ਮੈਂ ਕਹਿੰਦਾ ਸੀ ਵੀ ਮੈਂ ਖੁਦ ਡਾਕਟਰ ਹਾਂ, ਮੈਨੂੰ ਪਤਾ ਹੈ ਮੇਰੇ ਦਿਨ ਥੋੜ੍ਹੇ ਰਹਿ ਗਏ ਨੇ, ਮੈਂ ਚੜ੍ਹਾਈ ਕਰ ਜਾਣਾ, ਮੇਰਾ ਰੋਗ ਹਟਣ ਵਾਲਾ ਹੀ ਨਹੀਂ ਹੈ। ਪਰ ਜਿਨ੍ਹਾਂ ਨੂੰ ਯਕੀਨ ਹੁੰਦਾ, ਗੁਰੂ ਤੇ ਵਿਸ਼ਵਾਸ ਹੁੰਦਾ ਜਿਨ੍ਹਾਂ ਨੂੰ, ਉਹ ਦੂਜੇ ਦਾ ਵਿਸ਼ਵਾਸ ਪੱਕਾ ਕਰਨ ਦਾ ਹਰ ਯਤਨ ਕਰਦੇ ਹੈ ਵੀ ਕਿਸੇ ਤਰੀਕੇ ਇਹਦਾ ਯਕੀਨ, ਇਹਦਾ ਵਿਸ਼ਵਾਸ ਬਣ ਜਾਵੇ ਗੁਰੂ ਮਹਾਰਾਜ ਦੇ ਉੱਤੇ। ਉਹਨੂੰ ਲੈ ਕੇ ਆਂਦਾ ਗਿਆ ਹਰਿਮੰਦਰ ਸਾਹਿਬ। ਕਮੇਟੀ ਦੇ ਨਾਲ ਗੱਲ ਕਰਕੇ ਅਰਜੈਂਟ ਤਰੀਕ ਲਈ ਗਈ ਸ੍ਰੀ ਅਖੰਡ ਪਾਠ ਸਾਹਿਬ ਦੀ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਵਾਲੇ ਇੱਕ ਕਮਰੇ ਦੇ ਵਿੱਚ ਮਹਾਰਾਜ ਪ੍ਰਕਾਸ਼ ਹੋਏ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਤੇ ਉਸ ਡਾਕਟਰ ਨੂੰ ਵੀ ਇਹੀ ਕਿਹਾ ਸੀ ਵੀ ਵਾਸੂ ਭਾਰਦਵਾਜ ਜੀ, ਪੂਰੀ ਬਾਣੀ ਤੁਸੀਂ ਸੁਣਨੀ ਹੈ, ਚਾਹੇ ਤੁਹਾਨੂੰ ਸਮਝ ਲੱਗੇ ਤੇ ਭਾਵੇਂ ਨਾ ਲੱਗੇ, ਪੂਰੀ ਤੁਸੀਂ ਬਾਣੀ ਸੁਣਨੀ ਹੈ। ਤੇ ਡਾਕਟਰ ਵਾਸੂ ਭਾਰਦਵਾਜ ਜਿਹੜਾ ਬੈਠ ਨਹੀਂ ਸੀ ਸਕਦਾ, ਜਿਹਨੂੰ ਸਟ੍ਰੈਚਰ ਤੇ ਲੰਮੇ ਪਾ ਕੇ ਲਿਆਏ ਸੀ ਉੱਥੇ ਤਾਈਂ, ਮਹਾਰਾਜ ਦੇ ਉਸ ਕਮਰੇ ਦੇ ਵਿੱਚ ਉਹ ਵੀ ਇੱਕ ਪਾਸੇ ਲੰਮਾ ਪੈ ਕੇ ਬਾਣੀ ਸੁਣਦਾ ਰਿਹਾ। ਪਰ ਜਿੱਦਾਂ ਜਿੱਦਾਂ ਬਾਣੀ ਸੁਣ ਰਿਹਾ ਸੀ ਉਹਦੇ ਅੰਦਰ ਨੂੰ ਠੰਡ ਪੈ ਰਹੀ ਸੀ। ਉਹ ਕਹਿੰਦਾ ਮੈਨੂੰ ਸਮਝ ਤਾਂ ਨਹੀਂ ਸੀ ਕੁਛ ਵੀ ਲੱਗ ਰਿਹਾ ਜੋ ਬੋਲਿਆ ਜਾ ਰਿਹਾ, ਪਰ ਉਹ ਆਵਾਜ਼ ਮੈਨੂੰ ਪਿਆਰੀ ਬੜੀ ਲੱਗ ਰਹੀ ਸੀ। ਸ਼ਾਮ ਦਾ ਵਕਤ ਹੋਇਆ, ਆਰੰਭ ਵਾਲਾ ਦਿਨ। ਪਹਿਲੇ ਦਿਨ ਸ਼ਾਮ ਨੂੰ ਸੁਖਮਨੀ ਸਾਹਿਬ ਦੀ ਬਾਣੀ ਚੱਲਦੀ ਹੁੰਦੀ ਸ੍ਰੀ ਅਖੰਡ ਪਾਠ ਸਾਹਿਬ ਦੇ ਵਿੱਚ। ਤੇ ਸਾਧ ਸੰਗਤ ਜਿਸ ਵੇਲੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਚੱਲ ਰਹੀ ਸੀ ਤੇ ਡਾਕਟਰ ਕਹਿੰਦਾ ਵੀ ਮੇਰਾ ਚਿੱਤ ਕੀਤਾ ਮੈਂ ਉੱਠ ਕੇ ਬਹਿ ਜਾ, ਬੈਠ ਕੇ ਸੁਣਾ। ਉਹਨੇ ਉੱਠਣ ਦਾ ਯਤਨ ਕੀਤਾ, ਉਹਦੇ ਘਰਦਿਆਂ ਨੇ ਉਹਨੂੰ ਰੋਕਿਆ, ਮੈਂ ਉੱਠ ਕੇ ਨਾ ਬੈਠੋ, ਤੁਹਾਡੀ ਰੀੜ੍ਹ ਦੀ ਹੱਡੀ ਟੁੱਟ ਜਾਏਗੀ। ਇੰਨੀਆਂ ਹੱਡੀਆਂ ਕਮਜ਼ੋਰ ਹੋ ਚੁੱਕੀਆਂ ਸੀ। ਉਹ ਕਹਿੰਦਾ ਮੈਂ ਕਿਸੇ ਦੀ ਨਹੀਂ ਸੁਣੀ, ਮੈਂ ਤਾਕਤ ਲਾਈ, ਉੱਠਣ ਦਾ ਯਤਨ ਕੀਤਾ। ਕਹਿੰਦਾ ਮੇਰੀ ਪਤਨੀ ਨੇ ਕਹਿੰਦਾ ਵੀ ਮੈਨੂੰ ਫੜ ਕੇ ਸਹਾਰਾ ਦੇ ਕੇ ਬਿਠਾ ਲਿਆ, ਪਿਛਲੇ ਪਾਸੇ ਉਹ ਬਹਿ ਗਈ, ਸਹਾਰਾ ਦਿੱਤਾ। ਹੁਣ ਜਿਹੜੀ ਉਹਨਾਂ ਦੀ ਬੇਟੀ ਸੀ ਨਾਲ, ਤਿੰਨੇ ਜੀ ਸੀ ਉੱਥੇ, ਤੇ ਚੌਥਾ ਗ੍ਰੰਥੀ ਸਿੰਘ ਪਾਠ ਕਰ ਰਿਹਾ, ਹੋਰ ਕੋਈ ਮੈਂਬਰ ਨਹੀਂ ਸੀ ਉੱਥੇ। ਉਹਨਾਂ ਦੀ ਬੇਟੀ ਦੇ ਕੋਲ ਕੈਮਰਾ ਸੀ ਤੇ ਉਹ ਆਪਣੇ ਮਾਤਾ ਪਿਤਾ ਦੀਆਂ ਫੋਟੋਆਂ ਖਿੱਚਣ ਲੱਗ ਪਈ। ਉਸ ਵੇਲੇ ਐਸੀ ਖੇਡ ਵਰਤੀ ਜੋ ਕੈਮਰਿਆਂ ਦੇ ਵਿੱਚ ਰਿਕਾਰਡ ਹੋਈ, ਔਨ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਪਾਸ ਇਹ ਸਾਰਾ ਮੌਜੂਦ ਹੈ। ਕਦੇ ਵੀ ਜਾ ਕੇ ਦੇਖਿਆ ਜਾ ਸਕਦਾ ਵੀ ਕੀ ਗੱਲ, ਇਹ ਗੱਲ ਸੱਚੀ ਹੈ। ਉਦੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਮੰਜੀ ਸਾਹਿਬ ਦੀਵਾਨ ਹਾਲ 'ਚ ਕਥਾ ਕਰਦੇ ਹੁੰਦੇ ਸੀ। ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਤੇ ਇੱਕ ਤਕਰੀਬਨ ਹੱਥ ਡੇਢ ਹੱਥ ਉੱਚੀ ਲਾਟ, ਜਿਵੇਂ ਜੋਤ ਜਗਦੀ ਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਇਸ ਤਰ੍ਹਾਂ ਜੋਤ ਜਗਦੀ ਹੋਈ ਸਾਰਿਆਂ ਨੂੰ ਦਿਸੀ। ਉਸ ਲੜਕੀ ਨੇ ਫੋਟੋਆਂ ਖਿੱਚੀਆਂ, ਉਹ ਫੋਟੋਆਂ ਦੇ ਵਿੱਚ ਆਈ ਹੋਈ ਹੈ ਜੀ। ਤੇ ਉਹ ਫਿਰ ਉਹ ਮਹਾਰਾਜ ਦੇ ਸਰੂਪ ਤੋਂ ਉਹ ਜੋਤ ਸੀ ਜਿਹੜੀ ਲਾਈਟ ਸੀ, ਉਹ ਡਾਕਟਰ ਵੱਲ ਨੂੰ ਚੱਲਣਾ ਸ਼ੁਰੂ ਹੋ ਗਈ। ਡਾਕਟਰ ਦੇ ਕੋਲ ਆ ਕੇ ਉਹਦੇ ਦੋ ਹਿੱਸੇ ਹੋ ਗਏ। ਦੋਵੇਂ ਹੱਥ ਡਾਕਟਰ ਨੇ ਥੱਲੇ ਲਾਏ ਹੋਏ ਸੀ, ਇੱਕ ਹਿੱਸਾ ਸੱਜੇ ਹੱਥ ਰਾਹੀਂ, ਇੱਕ ਹਿੱਸਾ ਖੱਬੇ ਹੱਥ ਰਾਹੀਂ ਉਹਦੇ ਸਰੀਰ ਵਿੱਚ ਪ੍ਰਵੇਸ਼ ਹੋ ਗਈ ਉਹ ਜੋਤ। ਡਾਕਟਰ ਦੇ ਆਪਣੇ ਕਹਿਣ ਦੀ ਗੱਲ ਹੈ ਵੀ ਜਦੋਂ ਉਹ ਜੋਤ ਕਹਿੰਦਾ ਮੇਰੇ ਸਰੀਰ ਵਿੱਚ ਪ੍ਰਵੇਸ਼ ਹੋਈ, ਨਾੜ ਦੇ ਵਿੱਚ ਜਿਵੇਂ ਕਰੰਟ ਫਿਰਿਆ ਹੁੰਦਾ ਹੈ, ਇੱਦਾਂ ਮਹਿਸੂਸ ਹੋਇਆ।
मैं बिल्कुल ठीक हो के बैठ गया। सारा अखंड पाठ साहब सुनिया। स्ट्रेचर ते लम्मा पा के लियाए सी, पैदल चल के बाहर गया। कहंदा मैं डॉक्टर सां, उदा मनण वाला नहीं सी मैं। सारे मैं टेस्ट दोबारा कीते, सारे टेस्ट दोबारा लैबोरेटरियां दे विचों करवाए। कहंदा मेरे शरीर दे विच कैंसर दा नामो निशान भी नहीं। गुरु रामदास जी की किरपा हुई। गुरु ग्रंथ साहिब महाराज की बाणी का ऐसा प्रताप वरत्या। अज शंकावादी लोग की फायदा जी बाणी पढ़न का, की फायदा जी, ये तो होना ही नहीं चाहिए। नहीं साध संगत जी, जेहा भाओ तेहा फल पाइए। जिद्दां दी भावना रखोगे उदां दा फल मिलेगा, अवश्य मिलेगा। गुरु घर दे विच किसी चीज़ की कमी नहीं। साचे साहिबा क्या नाही घर तेरा, जो मंगे ठाकुर अपने ते सोई सोई देवे। जो मर्जी कोई मंग लवे महाराज उही दिंदे आ। भावना तो होवे, शरधा तो होवे। शरधा ही नहीं है, विश्वास ही नहीं सानू महाराज दे उत्ते। तो डॉक्टर ने फिर उस वेले पता करिया भी इत्थे कोई ऐसा गुरमुख होवे जिन्हों मैं ये गल दसां। फिर ज्ञानी संत सिंह जी मस्कीन नूं मिलिया। मस्कीन जी नूं सारी गल दसी। मस्कीन जी ने कहा भी ये गल जिहड़ी तेरे नाले होई है भी तू स्टेज ते दस सकदा है? कहंदा बिल्कुल दस सकदा भी, मेरे कोले किहड़ा भी कोई सबूत नहीं है जां गवाह नहीं है। वो अखंड पाठी सिंह जिहड़ा बैठा सी ड्यूटी ते, उहने सारा कुछ अखीं देखिया पाठ करदे ने। वो गवाह है। कहंदा मेरी बेटी गवाह है, कहंदा मेरी पत्नी गवाह है। वो फोटोआं सबूत वजों अज भी हैगियां ने। डॉक्टर वासु भारद्वाज ते उन्हें फिर मंजी साहिब दीवान हाल दे विच ये बोल के गल कही। कहंदा मैं कहंदा सां रब नहीं, रब है नहीं किते भी। कहंदा पर अज मैनूं यकीन हो गया बई परमात्मा है ते हरमंदर साहिब दे विच वसदा है। कैसा यकीन बढ़िया उहदा। महाराज ते अज भी हाजर नाजर ने जे असीं भरोसा कर लईए। तो खैर ये विचार तां सुनाई गई भी किते सुन के साडे मन दे विच यकीन बन जाए, शरधा बन जाए, विश्वास बन जाए। साडे सतगुरां दे घर किसी चीज़ की कमी नहीं है, किसी चीज़ का तोटा नहीं है। पर बणीए ते सही महाराज जी दे। खैर आपां जो विचार कर रहे सां, संत बाबा ज्वाला सिंह जी दे कहे ते फिर श्री अखंड पाठ साहिब चल रहा है। जिस वेले मध वाला दिन आया, अरदास होई ते बाबा जी संत बाबा निधान सिंह जी उन्होंने पूछा गया, महापुरुषो हुण शरीर का की हाल है? ते बाबा निधान सिंह जी ने दसना कीता भी मेरे शरीर दे विच जिहड़ियां बहुत ज़्यादा दर्दां हुंदियां सी, वो दर्दां हट गईयां ते मैनूं लग रहा भी मैं अगे नालों बहुत ठीक हो गया। हुण 48 घंटे बाद भोग पैना है। 24 घंटे बीते ने, 24 घंटे बकाया अजे रहिंदा समा। मध तक बाणी आई है। हुण अगला दिन होया, भोग पिया। सतगुरां दे संपूर्ण वस्त्र, रमाले साहिब ते महाराज दे सुखासन वाले वस्त्र भी पहनाए गए। महापुरुषां ने हुक्म कीता सी ये अखंड पाठ साहिब का भोग पवे ते महाराज दे संपूर्ण वस्त्र भेंट करने चाहिए है। सुखासन वाले वस्त्र भी नवे भेंट करने चाहिए। महाराज दे पोशाके पहनाए गए। आरती कीर्तन होया, फुल्लां दी वर्खा भी हुई, अरदासा सोधिया गया। हुक्मनामा आया, परमेसर दिता बन्ना, दुख रोग का डेरा बन्ना। ऐसी किरपा हुई सतगुरां दी। बाबा निधान सिंह जी का शरीर बिल्कुल अरोग हो गया। भोग वाले दिन तक बिल्कुल तंदुरुस्त हो गए बाबा निधान सिंह जी। उस घटना तो बाद बाबा निधान सिंह जी का बाबा ज्वाला सिंह साहिब जी नाल ऐसा प्रेम बनिया बई अखीर तक दोवां महापुरखां दी निभी बहुत प्रेम बनिया। सो संत बाबा ज्वाला सिंह जी ऐसे सतपुरख सन
ਜਿਨ੍ਹਾਂ ਦਾ ਸਾਰੇ ਸਾਧੂਆਂ ਦੇ ਨਾਲ, ਮਹਾਂਪੁਰਖਾਂ ਦੇ ਨਾਲ ਬਹੁਤ ਸਨੇਹ ਹੁੰਦਾ ਸੀ, ਬਹੁਤ ਪਿਆਰ ਹੁੰਦਾ ਸੀ। ਬਾਬਾ ਜੀ ਸਭ ਦਾ ਬਹੁਤ ਸਤਿਕਾਰ ਕਰਦੇ ਸੀ। ਸੰਤ ਬਾਬਾ ਦਲੀਪ ਸਿੰਘ ਜੀ ਵੈਦਰਾਜ ਡਮੇਲੀ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਜਨਮ ਨਗਰ ਤਾਂ ਪਿੰਡ ਸਾਰੀ ਜ਼ਿਲ੍ਹਾ ਹੁਸ਼ਿਆਰਪੁਰ ਹੈ, ਪਰ ਮਹਾਂਪੁਰਖ ਬਹੁਤਾ ਲੰਮਾ ਸਮਾਂ ਆਪਣੇ ਨਾਨਕੇ ਪਿੰਡ ਡਮੇਲੀ ਹੀ ਰਹੇ। 1939 ਦਾ ਸਮਾਂ ਹੈ। 1939 ਦੇ ਵਿੱਚ ਸੰਤ ਬਾਬਾ ਹੀਰਾ ਸਿੰਘ ਜੀ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ ਸਾਰੇ ਇਕੱਠੇ ਡਮੇਲੀ ਬੈਠੇ ਆ। ਬਾਬਾ ਹੀਰਾ ਸਿੰਘ ਜੀ ਬਿਹਾਲੇ ਵਾਲੇ, ਸੰਤ ਮਹਾਰਾਜ ਹਰਖਵਾਲਗੇ ਤੇ ਸੰਤ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲੇ, ਤਿੰਨੇ ਹੀ ਬ੍ਰਹਮ ਗਿਆਨੀ ਮਹਾਂਪੁਰਖ ਇਕੱਠੇ ਬੈਠੇ ਆ। ਬਾਬਾ ਦਲੀਪ ਸਿੰਘ ਸਾਹਿਬ ਦਾ ਸਰੀਰ ਬਹੁਤ ਜ਼ਿਆਦਾ ਵਿਆਧੀ ਕਰਕੇ ਰੋਗੀ ਹੋ ਗਿਆ ਸੀ, ਸਰੀਰ ਢਿੱਲਾ ਸੀ। ਹੁਣ ਉੱਥੇ ਮਹਾਂਪੁਰਖਾਂ ਦੀ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਏ। ਮਹਾਂਪੁਰਖ ਸਾਰੇ ਇਕੱਠੇ ਹੋ ਕੇ ਬੈਠੇ ਹੈ। ਪਹਿਲੇ ਅਖੰਡ ਪਾਠ ਸਾਹਿਬ ਦਾ ਭੋਗ ਪਿਆ, ਦੂਸਰਾ ਅਖੰਡ ਪਾਠ ਸਾਹਿਬ ਆਰੰਭ ਹੋਇਆ ਤਾਂ ਬਾਬਾ ਹੀਰਾ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਨੂੰ ਕਹਿਣ ਲੱਗੇ, ਸੰਤ ਜੀ ਗੱਲ ਅਸਲ ਵਿੱਚ ਇਹ ਹੈ ਬਈ ਭਾਈ ਦਲੀਪ ਸਿੰਘ ਦੀ ਹੁਣ ਉਮਰ ਖਤਮ ਹੋ ਗਈ ਹੈ। ਦਲੀਪ ਸਿੰਘ ਹੋਰੀ ਦਵਾਈ ਬੂਟੀ ਦੇ ਨਾਲ ਸੰਗਤਾਂ ਦੀ ਬਹੁਤ ਸੇਵਾ ਕਰਦੇ ਆ। ਬੜੇ ਰੋਗੀ ਆਉਂਦੇ, ਤੰਦਰੁਸਤ ਹੋ ਕੇ ਜਾਂਦੇ ਆ। ਇਹਨਾਂ ਦਾ ਫਾਇਦਾ ਬੜਾ ਸੰਗਤਾਂ ਨੂੰ, ਰੋਗੀਆਂ ਨੂੰ। ਤੇ ਅਸੀਂ ਜੋ ਦੇਖ ਰਹੇ ਹਾਂ ਵੀ ਇਹਨਾਂ ਦੀ ਉਮਰ ਖਤਮ ਹੋ ਗਈ ਹੈ, ਇਹਨਾਂ ਦਾ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ। ਪਰ ਇਦਾਂ ਹੋਵੇ ਵੀ ਅਜੇ ਇਹਨਾਂ ਨੂੰ ਸੱਚਖੰਡ ਜਾਣਾ ਨਹੀਂ ਚਾਹੀਦਾ, ਅਜੇ ਇਹਨਾਂ ਨੂੰ ਹੋਰ ਰਹਿਣਾ ਚਾਹੀਦਾ, ਇਹਨਾਂ ਦੀ ਉਮਰ ਹੋਰ ਹੋਣੀ ਚਾਹੀਦੀ ਹੈ। ਕਹਿੰਦੇ ਮਹਾਰਾਜ ਤੁਸੀਂ ਹੋਰ ਉਮਰ ਦੇ ਕੇ ਰੱਖ ਸਕਦੇ ਹੋ ਇਹਨਾਂ ਨੂੰ? ਬਾਬਾ ਜੀ ਕਹਿੰਦੇ ਕੋਈ ਨਹੀਂ, ਕੱਲ ਨੂੰ ਦੱਸਾਂਗੇ। ਰਾਤ ਸਾਰਿਆਂ ਸੁੱਖ ਨਾਲ ਸੌਂ ਕੇ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ, ਅਖੰਡ ਪਾਠ ਸਾਹਿਬ ਪਹਿਲੇ ਦੀ ਸਮਾਪਤੀ ਹੋਈ, ਅਗਲਾ ਆਰੰਭ ਹੋਇਆ। ਦੋਨੋਂ ਮਹਾਂਪੁਰਸ਼ ਬਾਬਾ ਦਲੀਪ ਸਿੰਘ ਜੀ ਜਿੱਥੇ ਬਿਮਾਰ ਪਏ ਸੀ ਉਹਨਾਂ ਦੇ ਕੋਲ ਆ ਗਏ। ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸੰਤ ਜਵਾਲਾ ਸਿੰਘ ਜੀ ਅਸੀਂ ਅਕਾਲ ਪੁਰਖ ਤੋਂ 5 ਸਾਲ ਦੀ ਉਮਰ ਇਹਨਾਂ ਵਾਸਤੇ ਹੋਰ ਲਈ ਹੈ, 5 ਸਾਲ ਨਹੀਂ ਹੋਣੇ ਜਾਣਗੇ। ਤਾਂ ਸੰਤ ਜਵਾਲਾ ਸਿੰਘ ਮਹਾਰਾਜ ਕਹਿਣ ਲੱਗੇ, ਬਾਬਾ ਜੀ 5 ਸਾਲ ਤਾਂ ਥੋੜੇ ਆ, ਇਹ ਤਾਂ ਛੇਤੀ ਬੀਤ ਜਾਣਗੇ। ਤਾਂ ਬਾਬਾ ਹੀਰਾ ਸਿੰਘ ਜੀ ਕਹਿੰਦੇ ਅਸੀਂ ਤਾਂ ਜੀ ਇੰਨਾ ਹੀ ਕਰ ਸਕਦੇ ਸੀ, ਜੇ ਹੋਰ ਜ਼ਿਆਦਾ ਤਾਂ ਫਿਰ ਤੁਸੀਂ ਬੇਨਤੀ ਕਰੋ। ਸੰਤ ਕਹਿੰਦੇ ਚੰਗਾ, ਫਿਰ ਕੱਲ ਨੂੰ ਵਿਚਾਰ ਕਰਾਂਗੇ। ਉਹ ਦਿਨ ਬੀਤਿਆ, ਰਾਤ ਪਈ, ਸਾਰੇ ਮਹਾਂਪੁਰਸ਼ ਆਪਣੇ ਆਪਣੇ ਆਸਣਾਂ ਤੇ ਸੁੱਖ ਲਿਆ। ਅੰਮ੍ਰਿਤ ਵੇਲੇ ਸਭ ਦੇ ਸੋਚ ਇਸ਼ਨਾਨ ਹੋਏ, ਸਮਾਧੀ ਸਥਿਤ ਹੋਏ। ਮਹਾਂਪੁਰਸ਼ ਸਮਾਧੀਆਂ ਤੋਂ ਉਥਾਨ ਹੋ ਕੇ ਜਿਸ ਵੇਲੇ ਫੇਰ ਇਕੱਠੇ ਹੋਏ, ਵਿਚਾਰ ਹੋਈ। ਕਹਿੰਦੇ ਜੀ ਆਪ ਜੀ ਦਾ ਕੱਲ ਹੁਕਮ ਹੋਇਆ ਸੀ ਕਿ ਬਾਬਾ ਦਲੀਪ ਸਿੰਘ ਜੀ ਦੀ ਬਾਬਤ ਅਸੀਂ ਕੱਲ ਨੂੰ ਦੱਸਾਂਗੇ, ਸੋ ਆਪ ਜੀ ਕਿਰਪਾ ਕਰਕੇ ਦੱਸੋ ਕਿ ਅਕਾਲ ਪੁਰਖ ਦੇ ਕੋਲੋਂ ਕੀ ਬਖਸ਼ਿਸ਼ ਹੋਈ ਹੈ। ਤਾਂ ਸੰਤ ਆਪਣੇ ਸੁਭਾਅ ਅਨੁਸਾਰ ਹੱਸ ਕੇ ਕਹਿਣ ਲੱਗੇ, ਬਾਬਾ ਜੀ ਹੁਣ ਇਹਨਾਂ ਨੂੰ 10 ਸਾਲ ਨਹੀਂ ਕਿਤੇ ਵੀ ਜਾਣ ਦਿੰਦੇ। 5 ਸਾਲ ਤੁਸੀਂ ਬਖਸ਼ਾ ਲਈ, 5 ਸਾਲ ਅਸੀਂ ਬੇਨਤੀ ਕਰ ਲਈ, ਤੇ ਹੁਣ ਇਹ 10 ਸਾਲ ਨਹੀਂ ਕਿਤੇ ਵੀ ਜਾਣਗੇ, 10 ਸਾਲ ਰਹਿਣਗੇ। ਤਾਂ ਉਸ ਵੇਲੇ ਬਾਬਾ ਦਲੀਪ ਸਿੰਘ ਜੀ ਦੇ ਚਿੱਤ ਵਿੱਚ ਬਹੁਤ ਵਿਰਾਗ ਆਇਆ। ਬੜੀ ਨਿਮਰਤਾ ਨਾਲ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਦੋਵਾਂ ਮਹਾਂਪੁਰਸ਼ਾਂ ਦੇ ਅੱਗੇ। ਕਹਿੰਦੇ ਮਹਾਰਾਜ ਜੀਓ, ਮੇਰੇ ਚਿੱਤ ਦੀ ਇਹ ਬਹੁਤ ਦ੍ਰਿੜ ਇੱਛਾ ਵੀ ਇੱਦਾਂ ਦਾ ਸੁਭਾਗਾ ਸਮਾਂ ਮੈਨੂੰ ਕਿੱਥੇ ਫੇਰ ਮਿਲ ਜੂਗਾ ਵੀ ਆਪ ਜੀ ਵਰਗੇ 2 ਮਹਾਂਪੁਰਖ ਬ੍ਰਹਮ ਗਿਆਨੀ ਮੇਰੇ ਕੋਲ ਬੈਠੇ ਹੋਣ ਤੇ ਮੇਰੇ ਸਰੀਰ ਦਾ ਅਖੀਰ ਸਮਾਂ ਆਵੇ। ਮੈਨੂੰ ਨਹੀਂ ਇੱਛਾ ਹੋਰ ਜਿਉਣ ਦੀ,
मैं होर जीवन नहीं चाहुंदा ते तुसी किरपा करो मैनू जा लैण दिओ सचखंड। कहंदे हुण तां सचखंड दे विचों तुहाडे लई उमर जिहड़ी है वो मंजूर हो चुकी है। कहंदे फिर मेरे नाल वायदा करो भी 10 सालां नूं जदों मैं शरीर छड्डांगा तां तुसी दोवें महापुरख मेरे कोल होवोगे। तां इन्हां दे ये बेनती करन ते बाबा दलीप सिंह जीआं दे बेनती करन ते बाबा हीरा सिंह जी एकदम कह उठे, कहंदे भाई दलीप सिंह जी 10 सालां नूं साडा शरीर नहीं रहेगा, असीं पहलां पहलां चले जावांगे। तुसीं संत ज्वाला सिंह जी नूं पुछ लो। संत बाबा ज्वाला सिंह जी कहण लगे, कहंदे संत दलीप सिंह जी तुसीं फिकर ना करो, तुहाडे नाल साडा वायदा रहा, वचन रहा, जदों तुहाडा सचखंड जाण दा समां आएगा तां असीं तुहाडे कोल होवांगे, असीं तुहाडे कोल आवांगे। ते इस तरह नाल 5 अखंड पाठ साहिबां दी उत्थे लड़ी फिर संपूर्ण होई। उदण तो लैके संत बाबा दलीप सिंह जी तंदुरुस्त हुंदे गए। इस तरह नाल संत जी महाराज हरखोवाल नूं आ गए, बाबा हीरा सिंह जी महाराज बिहाले नूं चले गए। ते जिस वेले हुण 10 साल पूरे होण दा समां आया, 10 साल पूरे होण वाले सन, तकरीबन 4 महीने रहिंदे सी तां बाबा दलीप सिंह जी दा शरीर ढिला होण लग पिया। वैसाख महीना आया, दोपहर तो ही संत दलीप सिंह जियां नूं बहुत बुखार आ गया। बहुत यतन कीते कि बुखार हट जाए पर ना हटिया। हुण संत बाबा ज्वाला सिंह जी महाराज भी अपना वचन पूरा करने वास्ते डमेली आ गए। संत बाबा दलीप सिंह जी के पास पहुंच गए। 10 दिन पहला बाबा जी के शरीर छड्डण तो जदों बाबा दलीप सिंह जी का समा पूरा होण ते आया तो उस समय 1 दिन पहला बाबा दलीप सिंह जी ने जथेदार संत जानक सिंह जी नूं शाम के 6 वजे कहा, कहंदे जथेदार जी जाओ, कहंदे बाबे राणे संत जी महाराज भगती च बैठे आ, जाओ उन्हां नूं साडा सुनेहा दिओ भी साडा समा आ गया, साडे कोल आ जाओ। तां जथेदार जी ने उत्तर दिता, कहंदे संत जी शाम का वक्त संतां दा जाण दा नहीं हुंदा, तुसीं अमृत वेले जाओ। संत दलीप सिंह जी दी बेनती बाबे राणे जाके, जो कि नाल ही स्थान सी बिल्कुल नेड़े, 2 खेतां दी वाट सी मसां, संत महाराज बाबा ज्वाला सिंह जी उत्थे समाधि च बैठे, जाके बेनती कीती भी संत बाबा दलीप सिंह जी इदां कहंदे भी साडा समा आ गया ते सानूं जा लैण दिओ। ते उस वेले महाराज बाबा ज्वाला सिंह जी कहण लगे, कहंदे उन्हां नूं कहो फिकर ना करो, तुहानूं अमृत वेले तोरांगे। हुण अमृत वेले तकरीबन 2 वजे का समा। संत महाराज बाबा ज्वाला सिंह जी बाबा दलीप सिंह जियां दे सन्मुख होके आके कुर्सी ते बैठ गए। जदों सामने आके बैठे ते बाबा दलीप सिंह जी जो कि वैद सीगे, बहुत उन्होंने सोझी सी वैदगी दी, वो अपने हत्थां दे नाल अपनियां नब्जां आप ही चैक करन लगे हुए। जद नब्जां देखण लगे ते संत महाराज कहंदे, संत दलीप सिंह जी हुण नब्जां वल ना ध्यान देवो, हुण तां अकाल पुरख वल ध्यान जोड़ लो, गुर शब्द नूं हिरदे विच वसा लो। बस संतां दा ये वचन सुन के एकदम बाबा दलीप सिंह जी अंतर्मुख हो गए। संत जी महाराज भी सामने समाधि ला के बैठ गए। बस थोड़े समय बाद ही संतां दी समाधि खुली, अमृतमयी रसना तो अमृत भरे बचन निकले। कहंदे संत दलीप सिंह जी
ਤੁਹਾਡੇ ਵਾਸਤੇ ਸੱਚਖੰਡ ਦੇ ਬੂਹੇ ਖੁੱਲ ਗਏ ਆ। ਹੁਣ ਆਪਣੇ ਨਿਜ ਧਾਮ ਦੇ ਵਿੱਚ ਸੱਚਖੰਡ ਦੇ ਵਿੱਚ ਵਿਰਾਜੋ ਜਾ ਕੇ। ਸੰਤ ਬਾਬਾ ਜਵਾਲਾ ਸਿੰਘ ਜੀ ਦੇ ਇਹ ਬਚਨ ਕਹਿਣ ਦੀ ਦੇਰ ਸੀ ਕਿ ਇੱਕ ਲੰਮਾ ਸਾਹ ਆਇਆ ਸੰਤ ਦਲੀਪ ਸਿੰਘ ਜੀ ਨੂੰ, ਤੇ ਸੰਤ ਦਲੀਪ ਸਿੰਘ ਜੀ 1949 ਸਨ ਦੇ ਵਿੱਚ 6 ਭਾਦਰੋਂ ਨੂੰ ਸੰਤ ਮਹਾਰਾਜ ਜੀ ਦੇ ਸਨਮੁਖ ਸਰੀਰ ਤਿਆਗ ਕੇ ਸੱਚਖੰਡ ਜਾ ਪਹੁੰਚੇ। ਇਹਨੂੰ ਕਹਿੰਦੇ ਜੀ ਜਾਂ ਕਾ ਕਹਿਆ ਦਰਗਾਹ ਚੱਲੇ, ਜਿਨ੍ਹਾਂ ਦੀ ਕਹੀ ਹੋਈ ਦਰਗਾਹ ਵਿੱਚ ਚੱਲਦੀ ਹੈ, ਜਿਨ੍ਹਾਂ ਦੇ ਮੁਖ ਦੇ ਨਿਕਲੇ ਹੋਏ ਬਚਨ ਵਾਹਿਗੁਰੂ ਵੀ ਮੰਨਦਾ ਹੈ। ਐਸੀ ਤਾਕਤ, ਐਸੀ ਸਮਰੱਥਾ, ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਲਵੇ, ਕੋਈ ਕਹਿ ਸਕਦਾ ਵੀ ਕਿਸੇ ਜਾਣ ਵਾਲੇ ਨੂੰ ਕੋਈ ਰੋਕ ਲਵੇ ਵੀ ਨਹੀਂ ਬਈ ਤੂੰ ਸ਼ਾਮ ਦੇ ਵਕਤ ਨਹੀਂ ਜਾਣਾ, ਸਵੇਰ ਨੂੰ ਭੇਜਾਂਗੇ ਤੈਨੂੰ। ਇਹ ਠੀਕ ਹੈ, ਅੱਜ ਦੇ ਪੜ੍ਹੇ ਲਿਖੇ ਲੋਕ ਜਾਂ ਅੱਜ ਦੀ ਤਰਕ ਬੁੱਧੀ ਵਾਲੇ ਲੋਕ ਇਹਨਾਂ ਗੱਲਾਂ ਨੂੰ ਸਮਝ ਕੇ ਕੋਈ ਰਾਜੀ ਨਹੀਂ ਹੈ, ਪਰ ਮਹਾਂਪੁਰਸ਼ਾਂ ਦੀ ਖੇਡ ਨਿਵੇਕਲੀ ਹੁੰਦੀ ਹੈ, ਉਹਨਾਂ ਦੀ ਕਹੀ ਹੋਈ ਦਰਗਾਹ ਵਿੱਚ ਵੀ ਚੱਲਦੀ ਹੈ। ਤੋ ਇਸ ਤਰ੍ਹਾਂ ਨਾਲ ਸੰਤ ਦਲੀਪ ਸਿੰਘ ਜੀ ਦਾ ਆਖਰੀ ਸਮਾਂ ਜਿਹੜਾ ਸੀ ਉਹ ਸੰਤਾਂ ਦੇ ਸਨਮੁਖ ਆਇਆ। ਹੁਣ ਜਿਨ੍ਹਾਂ ਦੇ ਬਾਬਤ ਆਪ ਜੀ ਨੇ ਅੱਗੇ ਵੀ ਬਹੁਤ ਸਾਖੀਆਂ ਸੁਣੀਆਂ ਨੇ, ਜਿਨ੍ਹਾਂ ਦਾ ਜ਼ਿਕਰ ਬਹੁਤ ਵਾਰੀ ਇਹਨਾਂ ਦਿਨਾਂ ਦੇ ਵਿੱਚ ਆਇਆ ਹੈ, ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ। 1926 ਦਾ ਸਮਾਂ ਸੀ। ਸੰਤ ਜੀ ਮਹਾਰਾਜ ਜਦੋਂ ਸਮਾਧੀ ਚੋਂ ਉੱਠਦੇ ਸੀ, ਬਾਬਾ ਜਵਾਲਾ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨੂੰ ਨਮਸਕਾਰ ਕਰਨ ਵਾਸਤੇ ਆਉਂਦੇ ਸੀ ਹਰ ਰੋਜ਼ ਉਹਨਾਂ ਦੀ ਕੁਟੀਆ ਦੇ ਵਿੱਚ। ਅੱਜ 1926 ਦੇ ਸਮੇਂ ਸੰਤ ਜੀ ਮਹਾਰਾਜ ਹਮੇਸ਼ਾ ਦੀ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਨੂੰ ਨਮਸਕਾਰ ਕਰਨ ਵਾਸਤੇ ਆਏ। ਆ ਕੇ ਬੜੇ ਸਤਿਕਾਰ ਨਾਲ ਨਮਸਕਾਰ ਕੀਤੀ, ਹੱਥ ਜੋੜ ਕੇ ਖੜੇ ਹੋ ਗਏ। ਬਾਬਾ ਈਸ਼ਰ ਸਿੰਘ ਜੀ ਬੜੇ ਪਿਆਰ ਵਿੱਚ ਅਤੇ ਬੜੇ ਜਲਾਲ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਰੱਬ ਜੀ ਅੱਜ ਜੋ ਮੰਗਣਾ ਸਾਡੇ ਕੋਲ ਮੰਗ ਲੈ। ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਅੱਗੇ ਕੋਈ ਕਮੀ ਆ ਜਿਹੜਾ ਹੋਰ ਕੁਝ ਮੰਗ ਲਵਾਂ? ਤੁਸੀਂ ਅੱਗੇ ਕੋਈ ਕਮੀ ਨਹੀਂ ਛੱਡੀ ਹੋਈ। ਬਾਬਾ ਜੀ ਨੇ ਦੂਜੀ ਵਾਰੀ ਫਿਰ ਉਸੇ ਜਲਾਲ ਵਿੱਚ ਕਿਹਾ, ਰੱਬ ਜੀ ਫਿਰ ਦੁਬਾਰਾ ਕਹਿੰਦੇ ਆ ਅੱਜ ਜੋ ਇੱਛਾ ਹੈ ਸੋ ਮੰਗ ਲੈ। ਸੰਤਾਂ ਨੇ ਫਿਰ ਉਹੀ ਕਹਿਤਾ ਮਹਾਰਾਜ ਜੀਆਂ ਨੇ, ਕਹਿੰਦੇ ਬਾਬਾ ਜੀ ਕੋਈ ਕਮੀ ਤਾਂ ਹੈ ਨਹੀਂ, ਜੇ ਕੋਈ ਕਮੀ ਦਿਸਦੀ ਹੋਵੇ ਤਾਂ ਮੈਂ ਮੰਗਾਂ ਵੀ ਆਹ ਚੀਜ਼ ਦੇ ਦਿਓ। ਹੁਣ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਤੀਜੀ ਵਾਰੀ ਫੇਰ ਕਹਿ ਦਿੱਤਾ, ਕਹਿੰਦੇ ਰੱਬ ਜੀ ਤੀਸਰਾ ਬਚਨ ਆ, ਜੋ ਇੱਛਾ ਹੋਵੇ ਸੋ ਮੰਗ ਲਓ। ਹੁਣ ਸੰਤ ਮਹਾਰਾਜ ਇੱਕਦਮ ਸੋਚਣ ਲੱਗ ਪਏ ਵੀ ਅੱਜ ਗੱਲ ਕੀ ਆ, ਜਿਹੜਾ ਬਾਰ-ਬਾਰ ਇਹੀ ਗੱਲ ਕਹੀ ਜਾਂਦੇ ਆ ਜੋ ਮਰਜ਼ੀ ਮੰਗ ਲਓ। ਮਹਾਂਪੁਰਖਾਂ ਨੇ ਨੇਤਰ ਬੰਦ ਕੀਤੇ, ਅੰਤਰਾਤਮੇ ਅੰਤਰਜਾਮਤਾ ਨਾਲ ਕੀ ਦੇਖਿਆ ਵੀ ਬਾਬਾ ਈਸ਼ਰ ਸਿੰਘ ਜੀ ਤਾਂ ਸਰੀਰ ਤਿਆਗਣ ਦੀ ਤਿਆਰੀ ਕਰੀ ਬੈਠੇ ਆ, ਐਵੇਂ ਨਹੀਂ ਪੁੱਛ ਰਹੇ, ਉਹ ਤਾਂ ਸੱਚਖੰਡ ਜਾਣ ਦੀ ਤਿਆਰੀ ਕਰੀ ਬੈਠੇ। ਸੰਤ ਮਹਾਰਾਜ ਨੇ ਇੱਕਦਮ ਨੇਤਰ ਖੋਲੇ ਤੇ ਦੋਏ ਹੱਥ ਜੋੜ ਕੇ ਕਿਹਾ, ਜੇ ਫਿਰ ਮੈਂ ਮੰਗਾਂ ਤੇ ਦਿਓਗੇ? ਕਹਿੰਦੇ ਮੰਗੋ ਕੀ ਚਾਹੀਦਾ? ਕਹਿੰਦੇ ਫਿਰ 10 ਸਾਲ ਸਾਡੇ ਕੋਲ ਹੋਰ ਰਹੋ, 10 ਸਾਲ ਤੋਂ ਪਹਿਲਾਂ ਅਸੀਂ ਜਾਣ ਨਹੀਂ ਦੇਣਾ। ਬਾਬਾ ਜੀ ਕਹਿੰਦੇ ਰੱਬ ਜੀ ਆਹ ਤਾਂ ਬਹੁਤ ਔਖੀ ਚੀਜ਼ ਮੰਗ ਲਈ, ਅਸੀਂ ਤਾਂ ਤਿਆਰੀ ਕੀਤੀ ਹੋਈ ਸੀ ਜਾਣ ਦੀ। ਸੰਤਾਂ ਨੇ ਕਿਹਾ ਬਾਬਾ ਜੀ ਤੁਹਾਡੇ ਲਈ ਕੋਈ ਔਖੀ ਗੱਲ ਆ ਸੰਸਾਰ ਵਿੱਚ ਰਹਿਣਾ? ਆਉਣਾ ਜਾਣਾ ਤੁਹਾਡਾ ਤਾਂ ਸੁਤੰਤਰ ਹੈ। ਵੇਖੋ ਸਾਧ ਸੰਗਤ ਜੀ, ਆਪਾਂ ਸ਼ਬਦ ਪੜ੍ਹਦੇ ਹਾਂ, ਜਨਮ ਮਰਨ ਦੋਹੂ ਮਹਿ ਨਾਹੀ। ਸਾਧੂ ਜਨਮ ਤੇ ਮੌਤ ਵਿੱਚ ਨਹੀਂ, ਜਨਮ ਲੈਣਾ ਸਾਧੂ ਦੀ ਕੋਈ ਮਜਬੂਰੀ ਨਹੀਂ। ਮੌਤ ਮਹਾਂਪੁਰਖ ਜਦੋਂ ਚਾਹੁਣ ਸੰਸਾਰ ਤੋਂ ਓਹਲਾ ਕਰ ਸਕਦੇ, ਜਿੰਨਾ ਚਿਰ ਚਾਹੁਣ ਸੰਸਾਰ ਤੇ ਰਹਿ ਸਕਦੇ ਐ, ਇਹ ਉਹਨਾਂ ਦੇ ਆਪਣੇ ਹੱਥ ਵਿੱਚ ਹੈ। ਬਾਣੀ ਤਾਂ ਆਪਾਂ ਬਹੁਤ ਪੜ੍ਹਦੇ ਆਂ, ਹਜ਼ਾਰਾਂ ਵਾਰੀ ਇਹ ਸ਼ਬਦ ਪੜ੍ਹਿਆ ਹੋਣਾ, ਜਨਮ ਮਰਨ ਦੋਹੂ ਮੈਂ ਨਾਹੀ। ਇਹ ਰੱਬ ਦੇ ਪਿਆਰੇ ਜਨਮ ਤੇ ਮੌਤ ਦੇ ਵਿੱਚ ਨਹੀਂ ਹੁੰਦੇ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਜੇ।
ਕਬੀਰ ਸਾਹਿਬ ਜੀ ਕਹਿੰਦੇ ਸਾਰੇ ਸੰਸਾਰ ਦੀ ਗੱਲ ਇੱਕ ਪਾਸੇ ਹੈ, ਪਰ ਜੋ ਸੰਤਾਂ ਦੀ ਖੇਡ ਹੈ, ਸੰਤਾਂ ਦੀ ਕਥਾ ਸਾਰੇ ਸੰਸਾਰ ਤੋਂ ਵੱਖਰੀ ਹੈ। ਸੰਤਾਂ ਦੀ ਖੇਡ ਸਾਰੇ ਸੰਸਾਰ ਤੋਂ ਨਿਰਾਲੀ ਹੈ। ਉਹ ਚਾਹੁਣ ਤਾਂ ਐ ਚੁਟਕੀ ਮਾਰਦਿਆਂ ਸਾਰ ਸਰੀਰ ਛੱਡ ਦੇਣ, ਤੇ ਨਾ ਛੱਡਣਾ ਚਾਹੁਣ ਤੇ ਜਿੰਨਾ ਚਿਰ ਮਰਜੀ ਰਹਿਣ, ਉਹਨਾਂ ਦੀ ਮਰਜ਼ੀ ਹੈ। ਕਹਿੰਦੇ ਮਹਾਰਾਜ ਤੁਸੀਂ ਤਾਂ ਬਦੇ ਮੁਕਤ ਹੋ, ਤੇ ਮੌਤ ਤੁਹਾਨੂੰ ਕੀ ਕਰ ਸਕਦੀ ਹੈ? ਤੇ ਇਸ ਕਰਕੇ ਤੁਸੀਂ ਹੁਣ ਜੋ ਵਚਨ ਕੀਤਾ ਸੀ ਅਸੀਂ ਮੰਗਿਆ ਹੈ, ਤੇ ਸਾਡੀ ਮੰਗ ਪੂਰੀ ਕਰੋ, ਤੇ ਹੁਣ 10 ਸਾਲ ਸਾਡੇ ਕੋਲ ਰਹੋ। ਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਅੱਛਾ ਰੱਬ ਜੀ, ਹੁਣ 10 ਸਾਲ ਰਹੂੰਗਾ ਜ਼ਰੂਰ, ਪਰ ਹੁਣ ਇਸ ਦਾਨੀ ਬਿਰਤੀ ਵਿੱਚ ਨਹੀਂ ਰਹਿਣਾ। 10 ਸਾਲ ਰਹਾਂਗੇ, ਪਰ ਰਹਾਂਗੇ ਮਸਤਾਨੀ ਬਿਰਤੀ ਵਿੱਚ। ਲੋਕੀ ਸਾਨੂੰ ਸ਼ਦਾਈ ਕਹਿਣਗੇ, ਪਰ ਰੱਬ ਜੀ ਕਿਤੇ ਤੁਸੀਂ ਨਾ ਆਪਣੇ ਮੂੰਹੋਂ ਸਾਨੂੰ ਸ਼ਦਾਈ ਕਹਿ ਬੈਠੇ ਹੋ। ਤੁਸੀਂ ਸਾਡੇ ਨਾਲ ਇਹੋ ਜਿਹਾ ਪਿਆਰ ਰੱਖਿਓ, ਤੁਸੀਂ ਨਾ ਲੋਕਾਂ ਦੇ ਕਹੇ ਵਿੱਚ ਆ ਜਾਇਓ ਕਿਤੇ। ਸੰਤ ਮਹਾਰਾਜ ਕਹਿੰਦੇ ਜੀ ਜਿਹੋ ਜੀ ਵੀ ਅਵਸਥਾ ਰੱਖੋਗੇ ਸਾਨੂੰ ਉਹੋ ਜਿਹੀ ਪ੍ਰਵਾਨ ਹੈ, ਪਰ ਰਹੋ ਸਾਡੇ ਕੋਲ। ਬਸ ਵਚਨ ਹੋ ਗਿਆ। ਉਸ ਦਿਨ ਤੋਂ ਬਾਅਦ ਬਾਬਾ ਜੀ ਨੇ ਆਪਣੀ ਬਿਰਤੀ ਮਸਤਾਨੀ ਕਰ ਲਈ। ਬੜੇ ਰੂਹਾਨੀ ਕੌਤਕ ਕੀਤੇ ਮਸਤਾਨੀ ਬਿਰਤੀ ਵਿੱਚ ਵੀ। ਬਾਬਾ ਜੀ ਜਦੋਂ ਪਹਿਲਾਂ ਸਰੀਰ ਤਕੜਾ ਸੀ ਉਦੋਂ ਜ਼ਿਆਦਾਤਰ ਪਲੰਘੇ ਭਰੀ ਬੈਠੇ ਰਹਿੰਦੇ, ਸਰੀਰ ਭਾਰਾ ਹੋ ਗਿਆ ਸੀ ਸੰਤਾਂ ਦਾ, ਤੇ ਜ਼ਿਆਦਾਤਰ ਬਾਬਾ ਜੋਧ ਸਿੰਘ ਜੀ ਦੀ ਡਿਊਟੀ ਹੁੰਦੀ ਸੀ ਸੇਵਾ ਵਿੱਚ, ਤੇ ਬਾਬਾ ਜੋਧ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਹੀ ਤੁਰਿਆ ਕਰਦੇ ਸੀ ਸੰਤ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਰੀਰ ਭਾਰਾ ਸੀ, ਪਰ ਹੁਣ ਜਦੋਂ ਤੋਂ ਵਚਨ ਹੋ ਗਿਆ ਬਈ ਹੁਣ 10 ਸਾਲ ਰਹਾਂਗੇ ਮਸਤਾਨੇ ਬਣ ਕੇ, ਹੁਣ ਮਹਾਂਪੁਰਖਾਂ ਨੇ ਐਸੀ ਖੇਡ ਵਰਤਾਈ, ਸਰੀਰ ਹਲਕਾ ਕਰ ਲਿਆ। ਹੁਣ ਆਪ ਹੀ ਉੱਠ ਖੜਦੇ, ਤੁਰੇ ਫਿਰਦੇ ਰਹਿੰਦੇ, ਕਦੇ ਕਿਸੇ ਦੇ ਘਰੇ ਜਾ ਵੜਦੇ, ਕਿਸੇ ਸਿੰਘ ਦੀ ਦਸਤਾਰ ਲੱਭਿਆ ਆਉਣੀ ਡੇਰੇ ਪਈ, ਉਹ ਅੱਧੀ ਪਾੜ ਕੇ ਉਹਨੂੰ ਦੇ ਦੇਣੀ, ਅੱਧੀ ਪਾੜ ਕੇ ਆਪ ਰੱਖ ਲੈਣੀ। ਸੋ ਬਰਤਨ ਹੱਥ ਆ ਜਾਣੇ ਕਿਸੇ ਦੇ, ਉਹ ਵੀ ਬੋਰੀ 'ਚ ਪਾ ਕੇ ਚੱਕ ਕੇ ਲੈ ਆਉਣੇ। ਭਾਵ ਕਿ ਐਸੀਆਂ ਖੇਡਾਂ ਖੇਡਣੀਆਂ, ਐਸੇ ਬਿਰਤਾਂਤ ਵਰਤਾਉਣੇ ਵੀ ਦੇਖਣ ਵਾਲੇ ਨੂੰ ਸਮਝ ਹੀ ਨਾ ਲੱਗੇ ਵੀ ਇਹ ਗੱਲ ਕੀ ਹੈ। ਇੱਕ ਦਿਨ ਮਹਾਂਪੁਰਖ ਹਰਖੋਵਾਲ ਪਿੰਡ ਦੇ ਵਿੱਚ ਜਾ ਵੜੇ। ਬਾਬਾ ਇੰਦਰ ਸਿੰਘ ਉਹਨਾਂ ਦੇ ਘਰ ਚਲੇ ਗਏ। ਇਹਨਾਂ ਦੇ ਘਰ ਭਾਈ ਸੰਤੋਖ ਸਿੰਘ ਦੀ ਜੋ ਭਰਜਾਈ, ਜਿਹਨੂੰ ਬੀਬੀ ਕੋਰੋ ਕਰਕੇ ਸੱਦਦੇ ਸੀ, ਜੀਤ ਕੌਰ ਨਾਮ ਸੀ ਇਹਦਾ, ਉਹਨਾਂ ਦੇ ਘਰ ਚਲੇ ਗਏ। ਉਹਨਾਂ ਦੇ ਘਰ ਚਲੇ ਗਏ, ਮੱਖਣ ਦਾ ਕੁੱਜਾ ਕੱਢਿਆ, ਚੁੱਲ੍ਹੇ ਤੇ ਤਵਾ ਰੱਖ ਲਿਆ ਆਪੇ ਹੀ। ਬੀਬੀ ਘਰੇ ਹੈ ਨਹੀਂ ਸੀ, ਬਜ਼ੁਰਗ ਸੀ ਉਹਨਾਂ ਦਾ ਘਰੇ, ਉਹ ਮੰਜੇ ਤੋਂ ਉੱਠ ਨਹੀਂ ਸੀ ਸਕਦਾ। ਤੇ ਹੁਣ ਚੁੱਲ੍ਹੇ ਤੇ ਤਵਾ ਰੱਖ ਲਿਆ, ਮੱਕੀ ਦੇ 2 ਪ੍ਰਸ਼ਾਦੇ ਪਏ ਸੀ ਛਾਬੇ ਵਿੱਚ ਬੇਹੇ, ਤੇ ਜੋਧ ਸਿੰਘ ਨੂੰ ਕਹਿਣ ਲੱਗੇ ਚੁੱਲ੍ਹੇ 'ਚ ਅੱਗ ਬਾਲ। ਚੁੱਲ੍ਹੇ 'ਚ ਅੱਗ ਬਾਲੀ, ਉੱਤੇ ਤਵਾ ਰੱਖਿਆ ਹੋਇਆ, ਉੱਪਰ ਘਿਓ ਪਾਈ ਜਾਂਦੇ, ਮੱਖਣ ਪਾਈ ਜਾਂਦੇ ਐ, ਤੇ ਉਹ ਮੱਕੀ ਦੇ ਪ੍ਰਸ਼ਾਦੇ ਵਿੱਚ ਤਲੀ ਜਾਂਦੇ ਐ। ਹੁਣ ਆਲੇ ਦੁਆਲੇ ਗੁਆਂਢੀਆਂ ਦੀਆਂ ਬੀਬੀਆਂ ਵੀ ਆ ਗਈਆਂ ਇਕੱਠੀਆਂ ਹੋ ਕੇ, ਬੀਬੀ ਜੀਤ ਕੌਰ ਵੀ ਆ ਗਈ। ਬੀਬੀਆਂ ਕਹਿੰਦੀਆਂ ਬਾਬਾ ਜੀ ਇਹ ਤਾਂ ਵਿਚਾਰੀ ਗਰੀਬਣੀ ਐ, ਇਹ ਤਾਂ ਘੇ ਵੇਚ ਕੇ ਗੁਜ਼ਾਰਾ ਕਰਦੀ ਐ, ਮਹਾਰਾਜ ਇਹਦਾ ਨੁਕਸਾਨ ਨਾ ਕਰੋ। ਤੁਸੀਂ ਤਾਂ ਐਡਾ ਕੁੱਜਾ ਘਿਓ ਦਾ ਇਹਦਾ ਤਵੇ ਤੇ ਪਾ ਪਾ ਕੇ ਫੂਕ ਦਿੱਤਾ। ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮੈਂ ਤਾਂ ਭਾਊ ਇਹਦੀ ਗਰੀਬੀ ਕੱਢ ਰਿਹਾ, ਇਹਨੂੰ ਅਮੀਰ ਬਣਾ ਰਿਹਾ। ਜਿੱਦਾਂ ਜਿੱਦਾਂ ਘੇ ਸੜ ਰਿਹਾ, ਇਹਦੀ ਗਰੀਬੀ ਸੜ ਰਹੀ ਆ। ਸ਼ਰਧਾ ਦੇ ਨਾਲ ਨਮਸਕਾਰ ਕੀਤੀ ਸਭ ਨੇ। ਮਹਾਂਪੁਰਖੋ ਮੱਖਣ ਦੇ ਵਿੱਚ ਤਲੀਆਂ ਹੋਈਆਂ 2 ਰੋਟੀਆਂ ਪ੍ਰਸ਼ਾਦੇ ਮੱਕੀ ਦੇ ਦੁਪੱਟੇ ਤੇ ਲੜ ਬੰਨ੍ਹ ਕੇ ਡੇਰੇ ਨੂੰ ਆ ਗਏ। ਥੋੜੇ ਦਿਨਾਂ ਬਾਅਦ ਐਸੀ ਖੇਡ ਵਾਪਰੀ ਵੀ ਉਸ ਬੀਬੀ ਦਾ ਪੁੱਤਰ
ਕਿਸੇ ਨੇ ਵਿਦੇਸ਼ ਨੂੰ ਉਹਨੂੰ ਲਿਜਾਣ ਦਾ ਸਾਰਾ ਖਰਚਾ ਵੀ ਆਪ ਕੀਤਾ, ਇੰਗਲੈਂਡ ਚਲਿਆ ਗਿਆ। ਦਿਨਾਂ ਦੇ ਵਿੱਚ ਹੀ ਉਸ ਪਰਿਵਾਰ ਦੀ ਗਰੀਬੀ ਨਿਕਲ ਗਈ। ਇਹ ਹੁੰਦੇ ਆ ਮਹਾਂਪੁਰਸ਼ਾਂ ਦੇ ਬਚਨ। ਤੋ ਬਾਬਾ ਜੀ ਦੇ ਐਸੇ ਅਨੇਕਾਂ ਹੀ ਬਚਨ, ਐਸੀਆਂ ਅਨੇਕਾਂ ਹੀ ਖੇਡਾਂ। ਬਾਬਾ ਜੀ ਦਾ ਪਿੰਡ ਸੀ ਬਾਬੇ ਬਕਾਲੇ ਦੇ ਨੇੜੇ ਬਤਾਲਾ, ਤੇ ਬਾਬਾ ਜੀ ਚਲੇ ਜਾਇਆ ਕਰਦੇ ਮਾਝੇ ਵੱਲ ਵੀ। ਆਜ਼ਾਦ ਸੀਗੇ, ਜਿਵੇਂ ਉਹਨਾਂ ਦਾ ਮਨ ਆਉਂਦਾ ਸੀ, ਜਿਵੇਂ ਉਹਨਾਂ ਦੀ ਮੌਜ ਆਉਂਦੀ ਸੀ। ਇੱਕ ਦਿਨ ਬਤਾਲੇ ਪਿੰਡ ਆਪਣੇ ਗਏ, ਸਰਦਾਰ ਬੇਅੰਤ ਸਿੰਘ ਮਹਿਲਾਂ ਵਾਲੇ ਤੇ ਹੋਰ ਬਾਬਾ ਜੀ ਦੇ ਪ੍ਰੇਮੀ ਵੀ ਕੁਝ ਬੈਠੇ ਸੀ। ਗੁਰਦੁਆਰੇ ਦੇ ਵਿਹੜੇ ਵਿੱਚ ਬੈਠੇ ਸੀ, ਕੁਝ ਹਿਸਾਬ ਕਿਤਾਬ ਕਰ ਰਹੇ ਸੀ, ਕੁਝ ਕਾਪੀਆਂ ਵਗੈਰਾ ਕੋਲ ਰੱਖੀਆਂ ਹੋਈਆਂ ਸੀ। ਬਾਬਾ ਜੀ ਵੀ ਆ ਗਏ, ਢੋਲੇ ਦੀਆਂ ਹੇਕਾਂ ਲਾਉਂਦੇ ਆਪਣੀ ਮਸਤੀ ਵਿੱਚ। ਬਾਬਾ ਜੀ ਵਿਹੜੇ ਵਿੱਚ ਆ ਗਏ ਗੁਰਦੁਆਰੇ ਦੇ, ਕਿਸੇ ਨੂੰ ਬੁਲਾਇਆ ਨਹੀਂ, ਕਿਸੇ ਨਾਲ ਗੱਲ ਨਹੀਂ ਕੀਤੀ। ਦਬਾ ਦਬ ਕਾਲੇ ਕਾਲੇ ਪੈਰ ਪੱਟਦੇ ਆਏ। ਇਹ ਜਿਹੜੀਆਂ ਕਾਪੀਆਂ ਕਿਤਾਬਾਂ ਕੋਲ ਰੱਖੀ ਬੈਠੇ ਸੀ, ਹਿਸਾਬ ਕਰਦੇ ਸੀ ਕੋਈ, ਆਉਂਦਿਆਂ ਹੀ ਉਹ ਕਿਤਾਬਾਂ ਚੱਕ ਕੇ ਖਿਲਾਰ ਦਿੱਤੀਆਂ। ਜਦੋਂ ਕਿਤਾਬਾਂ ਕਾਪੀਆਂ ਚੱਕ ਕੇ ਖਿਲਾਰ ਦਿੱਤੀਆਂ, ਬਾਬਾ ਜੀ ਦੀ ਇਹ ਹਰਕਤ ਦੇਖੀ ਸਰਦਾਰ ਨੂੰ ਗੁੱਸਾ ਆ ਗਿਆ। ਸਰਦਾਰ ਬੇਅੰਤ ਸਿੰਘ ਮਾਇਆ ਧਾਰੀ ਅਤ ਅੰਨਾ ਬੋਲਾ, ਕੀ ਜਾਣੇ ਸੰਤਾਂ ਦੀ ਖੇਡ ਨੂੰ। ਤੇ ਉਹਦੇ ਭਾਅ ਦਾ ਤਾਂ ਉਹਨਾਂ ਦੇ ਪਿੰਡ ਦਾ ਇੱਕ ਸਰਦਾਰਨ ਈਸ਼ਰ ਸਿੰਘ ਹੀ ਸੀ ਨਾ, ਉਹ ਨਹੀਂ ਸੀ ਜਾਣਦਾ ਵੀ ਇਹਨਾਂ ਦੀ ਕਮਾਈ ਕੀ ਹੈ। ਮਾਇਆ ਦੇ ਹੰਕਾਰ ਦੇ ਵਿੱਚ ਸਰਦਾਰ ਨੂੰ ਗੁੱਸਾ ਆਇਆ, ਉੱਠ ਕੇ ਕ੍ਰੋਧ ਵਿੱਚ ਆ ਕੇ ਬਾਬਾ ਜੀ ਦੇ ਥੱਪੜ ਮਾਰਨ ਲੱਗਾ। ਕੋਲ ਖੜਾ ਭਾਈ ਹਰਸਾ ਸਿੰਘ, ਉਹਨੇ ਸਰਦਾਰ ਦੀ ਬਾਂਹ ਫੜ ਲਈ, ਕਹਿੰਦਾ ਦੇਖੀ ਸਰਦਾਰਾ ਥੱਪੜ ਨਾ ਮਾਰ ਦੇਈਂ ਸੰਤਾਂ ਦੇ ਕਿਤੇ। ਬਾਬਾ ਜੀ ਸਰਦਾਰ ਦੀ ਇਸ ਹਰਕਤ ਨੂੰ ਦੇਖ ਕੇ ਬਚਨ ਕਹਿ ਦਿੱਤਾ, ਕਹਿੰਦੇ ਸਰਦਾਰਾ ਅਸੀਂ ਤਾਂ ਤੇਰੀਆਂ ਜੜਾਂ ਪਤਾਲ ਵਿੱਚ ਲਾਉਣ ਆਏ ਸੀ, ਚੰਗਾ ਭਾਊ ਹੁਣ ਤੇਰੀਆਂ ਜੜਾਂ ਪੱਟੀਆਂ ਗਈਆਂ। ਹੁਣ ਉਸ ਪਿੰਡ ਦਾ ਸੀ ਇੱਕ ਮਈਆ ਕੁੱਬਾ, ਮਈਆ ਉਹਦਾ ਨਾਂ ਸੀ ਤੇ ਉਹਨੂੰ ਕੁੱਬਾ ਤਾਂ ਸੱਦਦੇ ਸੀ, ਉਹਦੇ ਕੁੱਬ ਪਿਆ ਹੋਇਆ ਸੀ। ਕਹਿੰਦੇ ਸਰਦਾਰਾ ਤੇਰੀਆਂ ਜੜਾਂ ਪੱਟੀਆਂ ਗਈਆਂ ਤੇ ਮਈਏ ਕੁੱਬੇ ਦੀਆਂ ਜੜਾਂ ਪਤਾਲ ਵਿੱਚ ਲਾ ਦਿੱਤੀਆਂ। ਇਹ ਕਹਿੰਦੇ ਕਹਿੰਦੇ ਢੋਲੇ ਗਾਉਂਦੇ ਫੇਰ ਬਾਹਰ ਨਿਕਲ ਗਏ। ਰੱਬ ਦੇ ਪਿਆਰੇ ਫਕਰ ਫਕੀਰ। ਪਰ ਸਮਾਂ ਆਇਆ, ਕਹਿੰਦੇ ਸਰਦਾਰ ਦਾ ਇੱਕੋ ਹੀ ਪੁੱਤ ਸੀ, ਉਹ ਵੀ ਚੜ੍ਹਾਈ ਕਰ ਗਿਆ, ਸਾਰੀ ਜਾਇਦਾਦ ਵੀ ਵਿਕ ਗਈ। ਤੇ ਉਹ ਜਿਹੜਾ ਮਈਆ ਸੀ ਸ਼ਕਲ ਤੋਂ ਵੀ ਹੀਣਾ ਸੀ, ਕੁੱਬ ਪਿਆ ਹੋਇਆ ਸੀ। ਹੁਣ ਕੁਦਰਤ ਨੇ ਮਹਾਂਪੁਰਸ਼ਾਂ ਦਾ ਬਚਨ ਸਤ ਕਰਨਾ ਸੀ। ਇੱਕ ਬੀਬੀ ਬਹੁਤ ਬਿਮਾਰ ਰਿਹਾ ਕਰੇ। ਬਾਬਾ ਮਨੀ ਸਿੰਘ ਜੀ ਵੈਦ ਰਾਜ ਇਸੇ ਪਿੰਡ ਦੇ ਦੱਖਣ ਦਿਸ਼ਾ ਦੇਵਪੁਰ ਦੇ ਵਿੱਚ ਡੇਰਾ ਬਣਾ ਕੇ ਰਹਿੰਦੇ ਸੀ। ਬਾਬਾ ਨੱਥਾ ਸਿੰਘ ਜੀ ਦੇ ਸ਼ਿਸ਼ ਸੀਗੇ, ਸੇਵਕ ਸੀਗੇ। ਉਹਨਾਂ ਕੋਲ ਇਲਾਜ ਵਾਸਤੇ ਆ ਗਈ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੂੰ ਤੰਦਰੁਸਤੀ ਮਿਲ ਗਈ। ਫਿਰ ਉਸ ਔਰਤ ਨੇ ਸੰਤਾਂ ਪਾਸ ਜਦੋਂ ਕੁਝ ਹੋਰ ਵੀ ਬੰਦੇ ਬੈਠੇ ਸੀ, ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਇਸ ਗਰੀਬਣੀ ਲਵਾਰਸ ਨੂੰ ਬਿਮਾਰੀ ਤੋਂ ਬਿਲਕੁਲ ਠੀਕ ਕੀਤਾ ਹੈ, ਇੱਕ ਮੇਰੇ ਤੇ ਹੋਰ ਕਿਰਪਾ ਕਰ ਦਿਓ, ਮੇਰਾ ਕੋਈ ਇਸ ਜਹਾਨ ਵਿੱਚ ਨਹੀਂ, ਮੇਰੀ ਰੋਟੀ ਦਾ ਕੋਈ ਸਹਾਰਾ ਬਣਾ ਦਿਓ। ਉਸ ਸਮੇਂ ਜੋ ਸੰਤਾਂ ਦੇ ਕੋਲ 4-5 ਸਰੀਰ ਬੈਠੇ ਸੀ, ਉਹਨਾਂ ਨੇ ਹਾਸੇ ਵਿੱਚ ਗੱਲ ਕਹਿਤੀ, ਕਹਿੰਦੇ ਸਾਡੇ ਨਗਰ ਦੇ ਵਿੱਚ ਤਾਂ ਇੱਕ ਮਈਆ ਕੁੱਬਾ, ਜੇ ਤੂੰ ਰੋਟੀ ਦਾ ਆਸਰਾ ਬਣਾਉਣਾ ਤਾਂ ਉਹਦੇ ਨਾਲ ਵਿਆਹ ਕਰਾ ਲੈ। ਮਹਾਂਪੁਰਸ਼ਾਂ ਦੇ ਸਾਹਮਣੇ ਬਚਨ ਹੋਇਆ। ਉਹ ਬੀਬੀ ਕਹਿਣ ਲੱਗੀ, ਮੈਨੂੰ ਕੋਈ ਦਿੱਕਤ ਨਹੀਂ, ਮੈਨੂੰ ਕੋਈ ਮੁਸ਼ਕਲ ਨਹੀਂ ਹੈ, ਮੈਂ ਤਿਆਰ। ਸੰਤਾਂ ਨੇ ਉਸੇ ਵੇਲੇ ਉਹਨੂੰ ਮਈਏ ਨੂੰ ਬੁਲਾ ਲਿਆ, ਦੋਵਾਂ ਦੇ ਆਨੰਦ ਕਾਰਜ ਕਰ ਦਿੱਤੇ। ਉਹਨਾਂ ਦੇ ਘਰ 4 ਪੁੱਤਰ ਪੈਦਾ ਹੋਏ। ਬਾਬਾ ਜੀ ਦੇ ਬਚਨ ਅਟੱਲ ਹੋ ਗਏ। ਅੱਜ ਵੱਡਾ ਪਰਿਵਾਰ, ਵੱਡਾ ਖਾਨਦਾਨ ਮਈਏ ਕੁੱਬੇ ਦਾ ਚੱਲ ਰਿਹਾ ਹੈ। ਉਹਦੀਆਂ ਜੜਾਂ ਪਤਾਲ ਵਿੱਚ ਲਾ ਦਿੱਤੀਆਂ ਤੇ ਸਰਦਾਰ ਦਾ ਅੱਜ ਨਾਮੋ ਨਿਸ਼ਾਨ ਵੀ ਨਹੀਂ ਹੈ। ਇੱਕ ਘਟਨਾ ਆਪ ਜੀ ਨੇ ਅਨੰਦਪੁਰ ਸਾਹਿਬ ਦੀ
ਪਿਛਲੇ ਦਿਨਾਂ ਦੇ ਵਿੱਚ ਸੁਣੀ ਸੀ, ਹੋਲੇ ਮਹੱਲੇ ਤੇ ਗਏ ਹੋਏ ਸੀ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਵੀ, ਬਾਬਾ ਈਸ਼ਰ ਸਿੰਘ ਜੀ ਵੀ। ਉਥੇ ਕਿਸੇ ਜ਼ਿਮੀਂਦਾਰ ਦੇ ਮਹਾਂਪੁਰਖਾਂ ਨੇ ਜਾ ਕੇ ਗੰਢੇ ਪੱਟਣੇ ਸ਼ੁਰੂ ਕਰ ਦਿੱਤੇ। ਜ਼ਿਮੀਂਦਾਰ ਨੇ ਸੰਤਾਂ ਦੇ ਡਾਂਗਾਂ ਮਾਰੀਆਂ ਆ ਕੇ, ਸੰਤਾਂ ਦੇ ਮੱਥੇ ਵਿੱਚੋਂ ਖੂਨ ਵੀ ਨਿਕਲਣ ਲੱਗ ਪਿਆ ਸੀ। ਤੇ ਜਦ ਪਤਾ ਲੱਗਿਆ ਸੀ ਤੇ ਉਹ ਜ਼ਿਮੀਂਦਾਰ ਭੱਜ ਕੇ ਆਪਦੇ ਘਰੇ ਜਾ ਵੜਿਆ। ਸਿੰਘਾਂ ਨੇ ਬਾਬਾ ਜੀ ਨੂੰ ਲੈ ਕੇ ਆਂਦਾ ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਜਦੋਂ ਦੇਖਿਆ ਉਹਨਾਂ ਨੇ ਤਾਂ ਬਾਬਾ ਈਸ਼ਰ ਸਿੰਘ ਜੀ ਉੱਚੀ ਉੱਚੀ ਕਹਿੰਦੇ ਦੇਖ ਰੱਬ ਜੀ, ਆ ਮੇਰੇ ਡਾਂਗਾਂ ਮਾਰੀਆਂ ਜ਼ਿਮੀਂਦਾਰ ਨੇ, ਮੈਨੂੰ ਕੁੱਟਿਆ ਆਏ ਨੇ। ਤਾਂ ਮਹਾਰਾਜ ਹੱਸ ਕੇ ਕਹਿਣ ਲੱਗੇ, ਬਾਬਾ ਜੀ ਫਿਰ ਤੁਸੀਂ ਇਹੋ ਜਿਹੇ ਕੰਮ ਨਾ ਕਰਿਆ ਕਰੋ। ਕਹਿੰਦੇ ਨਹੀਂ, ਅਸੀਂ ਕਰਾਂਗੇ ਜ਼ਰੂਰ, ਅੱਗੇ ਤੋਂ ਵੀ ਇਦਾਂ ਕਰਾਂਗੇ, ਤੁਸੀਂ ਉਸ ਜ਼ਿਮੀਂਦਾਰ ਨੂੰ ਸਜ਼ਾ ਦਿਓ। ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਤਾਂ ਜਾਣਦੇ ਸੀ ਜੀ, ਇਹਨਾਂ ਦੀ ਆਪਣੀ ਖੇਡ ਆ। ਕਹਿੰਦੇ ਅੱਛਾ ਚਲੋ ਦੱਸੋ ਫਿਰ ਉਹਨੂੰ ਕੀ ਸਜ਼ਾ ਦੇਈਏ, ਕੀ ਸਜ਼ਾ ਦੇਈਏ ਜੀ। ਕਹਿੰਦੇ ਉਹਨੇ ਗੰਢਿਆ ਕਰਕੇ ਸਾਨੂੰ ਕੁੱਟਿਆ, ਜਾਓ ਸਿੰਘਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਲੈ ਜਾਓ, ਜਿੰਨੇ ਗੰਢੇ ਆ ਸਾਰੇ ਪੱਟ ਕੇ ਲਿਆ ਕੇ ਲੰਗਰ ਚ ਪਾਓ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹੱਸ ਕੇ ਕਹਿੰਦੇ, ਦੇਖੋ ਕਹਿੰਦੇ ਸੰਤ ਆ ਹੁੰਦੇ ਰੱਬ ਦੇ ਪਿਆਰੇ, ਜ਼ਿਮੀਂਦਾਰ ਨੇ ਸੰਤਾਂ ਨੂੰ ਕੁੱਟਿਆ ਤੇ ਸੰਤ ਫੇਰ ਵੀ ਉਹਦਾ ਭਲਾ ਹੀ ਕਰੀ ਜਾਂਦੇ ਆ, ਵੀ ਉਹਦੇ ਖੇਤ ਦੇ ਜਿਹੜੇ ਗੰਢੇ ਆ ਲੰਗਰ ਚ ਪਾ ਕੇ ਉਹਦਾ ਭਲਾ ਕਰਦਾ। ਸੰਤ ਬਾਬਾ ਜਵਾਲਾ ਸਿੰਘ ਜੀ ਨੇ ਜਾ ਕੇ ਸਾਰੇ ਗੰਢੇ ਪੱਟ ਕੇ ਲੈ ਆਂਦੇ, ਸਾਰੇ ਗੰਢੇ ਸੇਵਾਦਾਰਾਂ ਨੂੰ ਨਾਲ ਲਾ ਕੇ ਪਟਾ ਕੇ ਲੈ ਆਂਦੇ। ਜ਼ਿਮੀਂਦਾਰ ਨੂੰ ਪਤਾ ਲੱਗਿਆ, ਉਹ ਸੰਤਾਂ ਕੋਲ ਆ ਕੇ ਰੋਵੇ, ਕਹਿੰਦਾ ਮੇਰਾ ਨੁਕਸਾਨ ਬਹੁਤ ਹੋ ਗਿਆ ਮਹਾਰਾਜ, ਮੈਂ ਤਾਂ ਗਰੀਬ ਬੰਦਾ। ਤੇ ਸੰਤ ਮਹਾਰਾਜ ਕਹਿੰਦੇ ਕਿੰਨਾ ਕੁ ਨੁਕਸਾਨ ਹੋਇਆ ਤੇਰਾ? ਕਹਿੰਦਾ ਜੀ 15 ਰੁਪਏ ਦੇ ਗੰਢੇ ਹੋ ਜਾਣੇ ਸੀ। ਉਸ ਸਮੇਂ 15 ਰੁਪਏ ਵੀ ਬਹੁਤ ਵੱਡੀ ਰਕਮ ਸੀ ਸਾਧ ਸੰਗਤ ਜੀ। ਮਹਾਂਪੁਰਸ਼ਾਂ ਨੇ ਆਪਣੇ ਕੋਲੋਂ 15 ਰੁਪਏ ਦਿੱਤੇ, ਜ਼ਿਮੀਂਦਾਰ ਦਾ ਮਨ ਵੀ ਰੱਖ ਲਿਆ, ਮਹਾਂਪੁਰਖਾਂ ਦਾ ਵਚਨ ਵੀ ਮੰਨ ਲਿਆ। ਐਸੇ ਸਾਧੂ ਤੋਂ ਹੁਣ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦਾ ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ, ਜਿਹੜੇ 10 ਸਾਲ ਕਹੇ ਹੋਏ ਸੀ ਮਹਾਰਾਜ ਜੀਆਂ ਨੇ, 10 ਸਾਲ ਮੰਗੇ ਸੀ ਸੰਤ ਮਹਾਰਾਜ ਨੇ, ਉਹ 10 ਸਾਲ ਪੂਰੇ ਹੋਣ ਲਈ 5 ਦਿਨ ਰਹਿ ਗਏ ਸਿਰਫ। ਦੁਸਹਿਰੇ ਦਾ ਨੇੜਾ ਆ ਗਿਆ। ਦੁਸਹਿਰੇ ਨੂੰ ਸੰਤ ਮਹਾਰਾਜ ਚਮਕੌਰ ਸਾਹਿਬ ਜਾਂਦੇ ਹੁੰਦੇ ਸੀ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉੱਥੇ ਲੰਗਰ ਲਾਉਂਦੇ ਹੁੰਦੇ ਸੀ, ਜਾ ਕੇ ਅਖੰਡ ਪਾਠ ਸਾਹਿਬ ਵੀ ਕਰਦੇ ਸੀ। ਤੇ ਉਸ ਵੇਲੇ ਮਹਾਰਾਜ ਜੀਆਂ ਨੇ ਜਦੋਂ ਚਮਕੌਰ ਸਾਹਿਬ ਜਾਣ ਦੀ ਤਿਆਰੀ ਕੀਤੀ ਤਾਂ ਬਾਬਾ ਈਸ਼ਰ ਸਿੰਘ ਕਹਿੰਦੇ ਕਿੱਥੇ ਚੱਲੇ ਤੁਸੀਂ? ਕਹਿੰਦੇ ਚਮਕੌਰ ਸਾਹਿਬ। ਕਹਿੰਦੇ ਰੱਬ ਜੀ ਤੁਹਾਨੂੰ ਚੇਤਾ ਨਹੀਂ ਵੀ ਮੇਰੇ 10 ਸਾਲ ਪੂਰੇ ਹੋਣ ਲੱਗੇ, ਦਿਨ 5 ਰਹਿ ਗਏ ਸਾਰੇ, ਮੈਂ ਚਲੇ ਜਾਣਾ। ਤੇ ਜੇ ਤੁਸੀਂ ਚਲੇ ਗਏ ਚਮਕੌਰ ਸਾਹਿਬ ਤਾਂ ਮੇਰਾ ਸੰਸਕਾਰ ਕੌਣ ਕਰੂਗਾ? ਵਾਹ ਵਾਹ। ਦੁਨੀਆ ਦੇ ਲੋਕ ਮੌਤ ਦਾ ਨਾਂ ਸੁਣ ਕੇ ਡਰਦੇ। ਧੰਨ ਸਾਧੂਆਂ ਦੀ ਅਚਰਜ ਕਥਾ ਹੈ, ਜਿਨ੍ਹਾਂ ਨੂੰ ਇੱਕ ਇੱਕ ਪਲ ਦਾ ਪਤਾ ਹੈ ਅਸੀਂ ਕਦੋਂ ਜਾਣਾ ਹੈ। ਮੌਤ ਨੂੰ ਆਪਣੀ ਮਰਜ਼ੀ ਨਾਲ ਰੋਕ ਸਕਦੇ ਆ ਐਸੇ ਸਾਧੂ। ਬਲਿਹਾਰ ਜਾਈਏ। ਕਹਿੰਦੇ ਸਾਡਾ ਸੰਸਕਾਰ ਕੌਣ ਕਰੂਗਾ ਜੇ ਤੁਸੀਂ ਚਮਕੌਰ ਸਾਹਿਬ ਚਲੇ ਗਏ? ਬਾਬਾ ਜੀ ਕਹਿੰਦੇ ਅਸੀਂ ਕਰਾਂਗੇ। ਕਹਿੰਦੇ ਤੁਹਾਨੂੰ ਵੀ ਨਾਲ ਹੀ ਲੈ ਕੇ ਜਾਣਾ ਚਮਕੌਰ ਸਾਹਿਬ। ਬਾਬਾ ਜੀ ਨੇ ਕਿਹਾ ਸਾਡਾ ਸੰਸਕਾਰ ਇੱਥੇ ਸੰਤਗੜ੍ਹ ਡੇਰੇ ਕਰਨਾ ਹੈ, ਆ ਕੇ ਉੱਧਰ ਨਹੀਂ ਕਰਨਾ ਕਿਤੇ ਵੀ। ਜਗ੍ਹਾ ਦੱਸ ਦਿੱਤੀ ਵੀ ਇੱਥੇ ਸੰਸਕਾਰ ਕਰਨਾ ਹੈ। ਸਾਧ ਸੰਗਤ ਜੀ ਫਿਰ ਚਮਕੌਰ ਸਾਹਿਬ ਗਏ। ਉੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਜਦੋਂ ਦੁਸਹਿਰੇ ਵਾਲਾ ਦਿਨ ਆਇਆ, ਭੋਗ ਵੇਲੇ ਦਾ ਸਮਾਂ ਹੋਇਆ, ਸਵੇਰੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੈ ਜੀ। ਅੰਮ੍ਰਿਤ ਵੇਲੇ ਦਾ ਹੀ ਅਜੇ ਸਮਾਂ ਹੈ। ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਆਪਣੇ ਹੱਥ ਦੇ ਵਿੱਚ ਉਹਨਾਂ ਨੇ ਪੱਖਾ ਫੜਿਆ ਹੋਇਆ ਸੀ ਤੇ ਉਹ ਪੱਖਾ ਹੌਲੀ ਹੌਲੀ ਹਿਲਾਈ ਜਾਂਦੇ ਸੀ। ਬਾਬਾ ਜੋਧ ਸਿੰਘ ਬਾਬਾ ਜੀ ਦੇ ਚਰਨਾਂ 'ਚ ਬੈਠਾ ਸੀ। ਇੱਕ ਮਾਈ ਬੈਠੀ ਸੀ ਚਰਨਾਂ ਦੇ ਵਿੱਚ, ਰੇਰੂ ਸਾਹਿਬ ਰਹਿਣ ਵਾਲੀ ਮਾਈ ਸੀ ਉਹ। ਤੇ ਬਾਬਾ ਜੀ ਏਦਾਂ ਪੱਖਾ ਹਿਲਾਉਂਦੇ ਹਿਲਾਉਂਦੇ ਇੱਕਦਮ ਉਹਨਾਂ ਦੇ ਹੱਥੋਂ ਪੱਖਾ ਡਿੱਗ ਪਿਆ। ਜਦ ਪੱਖਾ ਡਿੱਗਿਆ ਤਾਂ ਬਾਬਾ ਜੋਧ ਸਿੰਘ ਮਾਈ ਨੂੰ ਕਹਿਣ ਲੱਗੇ, ਮਾਤਾ ਭਲਾ ਸੰਤਾਂ ਦੇ ਹੱਥੋਂ ਪੱਖਾ ਡਿੱਗ ਪਿਆ, ਕਾਰਨ ਕੀ ਹੋਇਆ? ਮਾਈ ਬੜੀ ਸਿਆਣੀ ਸੀ,
ਉਹ ਉੱਠ ਕੇ ਸੰਤਾਂ ਵੱਲ ਦੇਖਿਆ, ਵਿਚਾਰ ਕੀਤੀ, ਕਹਿੰਦੀ ਜੋਧ ਸਿੰਘ ਬਾਬਾ ਜੀ ਦਾ ਚੜ੍ਹਾਈ ਕਰ ਗਏ। ਇਹ ਸੁਣ ਕੇ ਇੱਕਦਮ ਬਾਬਾ ਜੋਧ ਸਿੰਘ, ਸੰਤ ਬਾਬਾ ਜਵਾਲਾ ਸਿੰਘ ਜੀ, ਜੋ ਕਿ ਉਸ ਵੇਲੇ ਬੈਠੇ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ ਗੜੀ ਸਾਹਿਬ ਗੁਰਦੁਆਰੇ, ਤੇ ਆ ਕੇ ਬਾਬਾ ਜੀ ਦੇ ਕੋਲ ਕੰਨ ਦੇ ਵਿੱਚ ਦੱਸਿਆ, ਕਹਿੰਦੇ ਬਾਬਾ ਜੀ, ਸੰਤ ਬਾਬਾ ਜੀ ਈਸ਼ਰ ਸਿੰਘ ਜੀ ਸਰੀਰ ਛੱਡ ਗਏ, ਚੜ੍ਹਾਈ ਕਰ ਗਏ, ਹੁਕਮ ਸੱਤ ਹੋ ਗਏ। ਮਹਾਂਪੁਰਖ ਕਹਿੰਦੇ ਪੁੱਤਰਾ ਕੋਈ ਗੱਲ ਨਹੀਂ, ਤੂੰ ਬਾਬਾ ਜੀ ਦੇ ਕੋਲ ਚਲਿਆ ਜਾ, ਸਾਡੇ ਆਉਣ ਤੱਕ ਜਪਜੀ ਸਾਹਿਬ ਦਾ ਪਾਠ ਕਰੀ ਜੇ, ਘਾਬਰਨ ਦੀ ਲੋੜ ਨਹੀਂ ਹੈ। ਸਾਨੂੰ ਪਤਾ ਮਹਾਂਪੁਰਸ਼ਾਂ ਨੇ ਅੱਜ ਚਲੇ ਜਾਣਾ ਸੀ, ਤਾਂ ਉੱਥੇ ਜਾ ਕੇ ਤੂੰ ਜਪਜੀ ਸਾਹਿਬ ਦਾ ਪਾਠ ਉਹਨਾਂ ਚਿਰ ਕਰੀ ਜਾਈਂ। ਮਹਾਂਪੁਰਸ਼ੋ ਆਪ ਜੀ ਕਦੋਂ ਆਉਂਗੇ? ਕਹਿੰਦੇ ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਆਵਾਂਗੇ। ਅਖੰਡ ਪਾਠ ਸਾਹਿਬ ਦਾ ਭੋਗ ਪਿਆ, ਆਰਤੀ ਕੀਰਤਨ ਹੋਇਆ, ਅਰਦਾਸ ਹੋਈ, ਹੁਕਮਨਾਮੇ ਤੋਂ ਬਾਅਦ ਪ੍ਰਸ਼ਾਦ ਲੈ ਕੇ ਮਹਾਂਪੁਰਸ਼ ਉੱਥੋਂ ਤੁਰੇ। ਉਹਨਾਂ ਸਾਰੇ ਗੁਰਦੁਆਰਿਆਂ ਦਾ ਪ੍ਰਧਾਨ, ਜਿਹਦਾ ਨਾਮ ਭਾਈ ਲੋਡਨ ਸਿੰਘ ਸੀ, ਉਹ ਵੀ ਆਇਆ। ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਚੜ੍ਹਾਈ ਕਰ ਗਏ, ਉਹਦਾ ਵੀ ਬੜਾ ਪ੍ਰੇਮ ਸੀ ਸੰਤਾਂ ਨਾਲ, ਤੇ ਉਹ ਮਹਾਰਾਜ ਹਰਖ ਵਾਲੀਆਂ ਨੂੰ ਕਹਿਣ ਲੱਗਾ, ਕਹਿੰਦਾ ਮਹਾਂਪੁਰਸ਼ੋ ਮੇਰੀ ਬੇਨਤੀ ਆ ਵੀ ਇੱਥੇ ਸੰਸਕਾਰ ਕਰਦੇ, ਸ਼ਹੀਦਾਂ ਦੀ ਧਰਤੀ ਆ, ਸਾਰਾ ਖਰਚਾ ਮੈਂ ਕਰਾਂਗਾ, ਆਪਾਂ ਇੱਥੇ ਸੰਸਕਾਰ ਕਰੀਏ। ਤਾਂ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਕਹਿੰਦੇ ਭਾਈ ਲੋਡਨ ਸਿਆ, ਤੁਹਾਡਾ ਪ੍ਰੇਮ ਤੇ ਤੁਹਾਡੀ ਸੇਵਾ ਸਤਿਗੁਰੂ ਥਾਂ ਪਾਵੇ, ਪਰ ਅਸੀਂ ਮਜਬੂਰ ਹਾਂ। ਬਾਬਾ ਜੀ ਨੇ ਆਪਣੀ ਧਰਤੀ ਪਹਿਲਾਂ ਹੀ ਦੱਸ ਦਿੱਤੀ ਭਈ ਇਸ ਥਾਂ ਤੇ ਸਾਡਾ ਸੰਸਕਾਰ ਕਰਿਓ। ਅਸੀਂ ਬਾਬਾ ਜੀ ਦਾ ਬਚਨ ਮੰਨ ਕੇ ਉਸੇ ਧਰਤੀ ਪਰ ਜਾ ਕੇ ਬਾਬਾ ਜੀ ਦਾ ਸੰਸਕਾਰ ਕਰਨਾ। ਫਿਰ ਮਹਾਂਪੁਰਸ਼ਾਂ ਦਾ ਪਵਿੱਤਰ ਸਰੀਰ ਹਰਖਵਾਲ ਸਾਹਿਬ ਲੈ ਕੇ ਆਂਦਾ ਡੇਰੇ ਸੰਤਗੜ੍ਹ, ਜਿੱਥੇ ਅੱਜ ਦਰਬਾਰ ਦੇ ਮੂਹਰੇ ਨਿਸ਼ਾਨ ਸਾਹਿਬ ਹੈ, ਉੱਥੇ ਮਹਾਂਪੁਰਸ਼ਾਂ ਦਾ ਸੰਸਕਾਰ ਹੋਇਆ ਸੀ ਬਾਬਾ ਈਸ਼ਰ ਸਿੰਘ ਜੀ ਦਾ। ਉਹ ਥਾਂ ਮਹਾਂਪੁਰਸ਼ ਆਪਣੇ ਸਰੀਰ ਵਿੱਚ ਰਹਿੰਦਿਆਂ ਦੱਸ ਕੇ ਗਏ ਸੀ ਵੀ ਸਾਡਾ ਸੰਸਕਾਰ ਇੱਥੇ ਕਰਿਓ। ਉੱਥੇ ਸੰਸਕਾਰ ਕੀਤਾ ਗਿਆ ਤੇ ਬਾਬਾ ਜੀ ਦੇ ਸੰਸਕਾਰ ਤੋਂ ਬਾਅਦ ਸਮੇਂ ਅਨੁਸਾਰ ਫਿਰ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਉੱਥੇ ਨਿਸ਼ਾਨ ਸਾਹਿਬ ਲਵਾ ਦਿੱਤਾ ਤੇ ਸਦਾ ਵਾਸਤੇ ਬਾਬਾ ਜੀ ਦੇ ਉਸ ਅੰਗੀਠੇ ਨੂੰ ਪੂਜਨੀਕ ਬਣਾ ਦਿੱਤਾ। ਅੱਜ ਜਿਹੜਾ ਵੀ ਹਰਖਵਾਲ ਸਾਹਿਬ ਜਾਂਦਾ ਹੈ, ਉਸ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦਾ ਹੈ। ਪਹਿਲਾਂ ਉਹ ਨਿਸ਼ਾਨ ਸਾਹਿਬ ਬਾਬਾ ਈਸ਼ਰ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਵਿੱਚ, ਤੇ ਜਿੰਨੀਆਂ ਵੀ ਅਰਦਾਸਾਂ ਹੁੰਦੀਆਂ, ਬੇਨਤੀਆਂ ਹੁੰਦੀਆਂ ਨੇ, ਜ਼ਿਆਦਾਤਰ ਸੰਗਤਾਂ ਦਾ ਇਹ ਵਿਸ਼ਵਾਸ, ਇਹ ਯਕੀਨ ਹੈ ਬਾਬਾ ਈਸ਼ਰ ਸਿੰਘ ਜੀ ਅੱਜ ਵੀ ਹਾਜ਼ਰ ਨਾਜ਼ਰ ਉਹ ਅਰਦਾਸਾਂ ਸੁਣਦੇ, ਬੇਨਤੀਆਂ ਸੁਣਦੇ ਹੈ, ਤੇ ਉੱਥੇ ਨਿਸ਼ਾਨ ਸਾਹਿਬ ਤੇ ਹੀ ਅਰਦਾਸ ਕੀਤੀ ਜਾਂਦੀ ਹੈ। ਕੋਈ ਕੰਮ ਅੜਿਆ ਹੋਵੇ ਕਿਸੇ ਦਾ, ਸਾਰਾ ਇਲਾਕਾ ਇਸ ਗੱਲ ਨੂੰ ਜਾਣਦਾ ਹੈ ਵੀ ਨਿਸ਼ਾਨ ਸਾਹਿਬ ਤੇ ਜਾ ਕੇ ਅਰਦਾਸ ਹੁੰਦੀ ਹੈ ਹਰਖਵਾਲ ਸਾਹਿਬ। ਐਸੇ ਸਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਆਓ ਸਾਧ ਸੰਗੀਤ ਨੀ ਹਾਜ਼ਰੀ ਸਮਾਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਓ ਜੀ। ਗਰੀਬ ਨਵਾਜ ਸਭ ਦੀਆਂ ਹਾਜ਼ਰੀਆਂ ਦਰਗਾਹੇ ਪ੍ਰਵਾਨ ਕਰਨ। ਬੜੀ ਚੜ੍ਹਦੀ ਕਲਾ ਦੇ ਨਾਲ ਆਪ ਜੀ ਸਾਰੇ ਮਹਾਂਪੁਰਸ਼ਾਂ ਦਾ ਜੀਵਨ ਸੁਣ ਰਹੇ ਹੋ। ਥੋੜੇ ਦਿਨ ਹੋਰ ਆਪਾਂ ਨੂੰ ਇਹ ਸਮਾਂ ਮਹਾਰਾਜ ਬਖਸ਼ਣਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਇਸ ਬਖਸ਼ਿਆ ਹੋਇਆ ਜੋ ਉਦਮ ਹੈ, ਇਸ ਤੋਂ ਆਪਾਂ ਲਾਹਾ ਪ੍ਰਾਪਤ ਕਰੀਏ। ਗਰੀਬ ਨਵਾਜ ਇਸੇ ਤਰ੍ਹਾਂ ਆਪਾਂ ਸਾਰਿਆਂ ਤੇ ਮਿਹਰਾਂ ਵਰਤਾਉਣ। ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਓ। ਦੋਵੇਂ ਹੱਥ ਜੋੜ ਕੇ ਸੁਰਤੀ ਕਰਕੇ ਸਤਿਪੁਰਸ਼ਾਂ ਦੇ ਚਰਨਾਂ ਤੇ ਸੀਸ ਰੱਖ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।